ਗੱਲ ਸੁਣਿਆ ਸੀ ਵੱਲਾ ਲਜ਼ੀਮ। ਇਹ ਚੀਜ਼ ਅਗਰ ਮੇਰੇ ਉੱਤੇ ਕੋਈ ਮੈਨੂੰ ਕਹਿੰਦਾ ਨਾ ਕਿ ਇਹ ਫਲਾਣੇ ਬੰਦੇ ਦਾ ਮੈਂ ਹਲਫਾ ਚੁੱਕਣਾ ਚੋਰ ਹੈ, ਜੇਕਰ ਉਹਨੇ ਮੇਰੀ ਚੋਰੀ ਕੀਤੀ ਹੁੰਦੀ ਭਾਵੇਂ 1 ਕਰੋੜ ਦੀ ਕਿਉਂ ਨਾ ਚੋਰੀ ਹੁੰਦੀ, ਵੱਲਾ ਲਜ਼ੀਮ ਭਾਵੇਂ ਕਤਲ ਹੁੰਦਾ, ਮੈਂ ਵੱਲਾ ਲਜ਼ੀਮ ਮੈਂ ਉੱਥੇ ਹੀ ਛੱਡ ਦੇਣਾ ਸੀ ਜਦੋਂ ਕੁਰਾਨ ਦੀ ਗੱਲ ਆ ਜਾਣੀ। ਤੁਸੀਂ ਆਪਣਾ ਅਕੀਦਾ ਨਹੀਂ ਛੱਡਦੇ ਜਦੋਂ ਤੁਹਾਡੇ ਸਾਡੇ ਸਾਹਮਣੇ ਹਰ ਚੀਜ਼ ਵਾਜ਼ਿਹ ਪਈ ਹੈ ਔਰ ਤੁਸੀਂ ਕੁਰਾਨ ਚੁਕਵਾਇਆ ਹੈ, ਤੁਸਾਂ ਚੁਕਵਾਇਆ ਇੱਕ ਤੁਸਾਂ ਤੇ ਕੋਈ ਯੂਜ਼ਰ ਨਾਂ ਦੀ ਆਈਡੀ ਬੈਠੀ ਤੇ ਕੁਰਾਨ ਚੁੱਕ ਖੁਦਾ ਦੇ ਹੁੰਦੇ ਹੋ ਤੁਸੀਂ। ਜੱਟ ਹਵਾਉਂਦੇ ਔਰ ਗੱਲ ਤੇ ਨਹੀਂ ਖਲੋਂਦੇ, ਜਾਂ ਤੇ ਤੁਸੀਂ ਆਖੋ ਕਿ ਨਹੀਂ ਉਹਨੇ ਦਾ ਭਾਰ ਭਰਾ ਮੈਂ ਇੱਥੇ ਵੱਲਾ ਲਜ਼ੀਮ। ਮੈਨੂੰ ਇੱਕ ਡਰ ਲੱਗਦਾ ਪਿਆ ਕਿ ਅੱਲਾਹ ਤਾਲਾ ਇਜ਼ਾਬ ਮਾਫ਼ ਕਰੇ ਕੁਰਾਨ ਹਰ ਮਾਨ ਵਾਲਾ ਬੰਦਾ ਡਰਦਾ ਹੈ, ਲੇਕਿਨ ਇਹਨਾਂ ਦੇ ਅੰਦਰ ਇਹਨਾਂ ਨੂੰ ਪਤਾ ਹੀ ਨਹੀਂ ਮਾਨ ਹੁੰਦੀ ਕੀ ਸ਼ੈ। ਨਾ ਮੁਫਤੀ ਮੁਬਸ਼ਰ ਨੂੰ ਡਰ ਲੱਗਿਆ, ਨਾ ਥੱਲੇ ਆਪਣਾ ਦੂਸਰੇ ਸਿਆਲਵੀ ਸਾਹਿਬ ਨੂੰ। ਇਹਨਾਂ ਚੱਕ ਕੇ ਨਹੀਂ ਵੇਖਿਆ ਮਾਨ ਹੁੰਦਾ ਕੀ, ਇਹਨਾਂ ਨੂੰ ਕੀ ਪਰਵਾਹ ਹੈ। ਇਹਨਾਂ ਨੂੰ ਕੀ ਬਿਲਕੁਲ ਬਿਲਕੁਲ ਇਹਨਾਂ ਨੂੰ ਕੋਈ ਪਰਵਾਹ ਨਹੀਂ। ਬੇਸ਼ੱਕ ਭਾਵੇਂ ਮੁਫਤੀ ਮੁਬਸ਼ਰ ਕੋ ਤੁਸੀਂ ਹੁਣ ਦੁਬਾਰਾ ਚੁਕਾ ਲਓ, ਚੁੱਕ ਲੈਣਾ ਕੁਰਾਨ ਝੂਠਾ ਹੀ ਚੁੱਕ ਫਿਰ ਜਦੋਂ ਉਹਨੇ ਆਪਣੇ ਹੱਥ ਨਾਲ ਹਵਾਲੇ ਲਿਖੇ ਨੇ ਤੇ ਉਹ ਭਾਵੇਂ 10 ਕਸਮਾਂ ਚੁਕਾ ਲਓ ਉਹਨੂੰ, ਤੁਸੀਂ ਨਹੀਂ ਮੰਨਣਾ, ਨਹੀਂ ਤੁਸੀਂ ਇਨਕਾਰ ਕਰ ਲਿਖਣੇ ਹੋਰ। ਲੇਕਿਨ ਜਿਹੜੀ ਉਹ ਗੱਲਾਂ ਦੱਸ ਰਿਹਾ ਸੀ ਪਹਿਲੇ ਹਵਾਲਿਆਂ ਤੋਂ ਬਾਅਦ ਕਿ ਇਹ ਗੱਲਾਂ ਪਈਆਂ ਜਾਂਦੀਆਂ ਉਹਨਾਂ 'ਚ, ਤਾਂ ਉਹਨੇ ਕਿਹਾ ਜੀ ਮੈਂ ਹਲਫ ਦੇਣਾ ਵਾ ਕੁਰਾਨ ਤੇ ਕਿ ਬਿਲਕੁਲ ਕਿਹੜੀਆਂ ਗੱਲਾਂ ਪਾਈਆਂ ਜਾਂਦੀਆਂ ਮਸਲਾ ਮੈਂ ਤਾਂ ਦਰਾਣਾ ਹੀ ਨਹੀਂ ਚਾਹੁੰਦਾ। ਇਹ ਤੇ ਉਹੀ ਗੱਲਾਂ ਉਹਨਾਂ ਲਿਖੀਆਂ ਨੇ ਕਿਤਾਬਾਂ ਗਲਤ ਅਲਫਾਜ਼ ਉਹਨੇ ਇਸਤੇਮਾਲ ਕੀਤੇ, ਮੈਂ ਤਾਂ ਦਰਾਣਾ ਉਹੀ ਗੱਲਾਂ ਰਸਾਲੇ 'ਚ ਲਿਖੀਆਂ ਨੇ ਯਾਰ। ਵੀ ਦੇਖੋ ਉਹ ਇਧਰ ਮੁਫਤੀ ਜਾਣੇ ਤੇ ਅੱਲਾ ਜਾਣੇ, ਉਹੀ ਸਜ਼ਾ ਉਹਨੂੰ ਮਿਲੇਗੀ, ਮੈਨੂੰ ਥੋੜੀ ਮਿਲਣੀ ਹੈ। ਤੁਹਾਡਾ ਕੰਮ ਨਹੀਂ। ਅੱਛਾ ਤੇ ਫਿਰ ਤੁਸੀਂ ਸਿਆਲਵੀ ਸਾਹਿਬ ਨੂੰ ਮਿਲੇਗੀ। ਹਲਫ ਤੁਸੀਂ ਕਿਉਂ ਲਿਆ ਫਿਰ? ਉਹ ਗਲਤ ਬਿਆਨੀ ਕਰਦਾ ਸੀ ਨਾ, ਹਲਫ ਤੇ ਇਸ ਚੀਜ਼ ਦਾ ਲਿਆ ਵੇ। ਤੁਸੀਂ ਹਲਫ ਲੈ ਕੇ ਤੇ ਉਹਦੇ ਤੋਂ ਮੁੱਕਰ ਗਏ ਹੋ? ਨਹੀਂ ਅਸੀਂ ਕੀ ਕਿਹਾ ਇਹਨੂੰ? ਤੁਸੀਂ ਉਹਦਾ ਬਾਹਰ ਕਰ ਲਿਆ ਸੀ ਤਾਂ ਹੀ ਤਾਂ ਤੁਸੀਂ ਹਲਫ ਲਿਆ ਨਾ ਵੀ ਤੂੰ ਗਲਤ ਗੱਲ ਕਰ ਰਿਹਾ। ਜੇ ਸੱਚਾ ਤੇ ਹਲਫ ਚੁੱਕ, ਤੇ ਉਹਨੇ ਹਲਫ ਚੁੱਕ ਤਾਂ ਹਲੇ ਵੀ ਕਹੀ ਜਾਂਦੇ ਉਹਨੇ ਗਲਤ ਬਿਆਨੀ ਕੀਤੀ। ਹੁਣ ਇਹ ਤੁਹਾਡੇ ਤੇ ਹਲਫ ਹੈ, ਹੁਣ ਤੁਸੀਂ ਗਲਤ ਬਿਆਨੀ ਕਰ ਰਹੇ ਹੋ। ਅੱਛਾ ਤੇ ਬਿਲਕੁਲ ਹੀ ਤੁਸੀਂ ਮਤਲਬ ਦਿਮਾਗੋਂ ਪੈਦਲ ਹੁੰਦੇ ਹੋ, ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ। ਜੋ ਮਰਜ਼ੀ ਤੁਹਾਨੂੰ ਵਿਖਾਈ ਜਾਈਏ, ਕਿਤਾਬਾਂ ਕੱਢ ਕੇ ਆ ਮਿਰਜ਼ਾ ਸਾਹਿਬ ਨੇ ਲਿਖਿਆ, ਇਹ ਵੀ ਲਿਖਿਆ, ਤੁਹਾਨੂੰ ਕੋਈ ਅਸਰ ਨਹੀਂ ਹੁੰਦਾ। ਵੱਲਾ ਇਸ ਗੱਲ ਦਾ ਮੈਂ ਹਲਫ ਦੇ ਸਕਣਾ ਕਿ ਮਿਰਜ਼ਾ ਸਾਹਿਬ ਨੇ ਆਪਣੇ ਹੱਥੀਂ ਲਿਖਿਆ ਕਿ ਮੈਂ ਹਿਆਨਤ ਕੀਤੀ ਹੈ, ਅਮਾਨਤ 'ਚ ਹਿਆਨਤ। ਇਹਨਾਂ ਨੂੰ ਪਹਿਲੇ ਪੁੱਛ ਲਓ ਵੀ ਇਹਨਾਂ ਨੂੰ ਖਿਆਨਤ ਦਾ ਪਤਾ ਹੈ ਕਿਹੜੀ ਸ਼ੈ ਦਾ ਨਾਂ, ਮਤਲਬ ਕਿਹੜੀਆਂ ਚੀਜ਼ਾਂ ਦੇ ਤੁਸੀਂ ਕੌਮ ਹੈ। ਇਹਨਾਂ ਨੂੰ ਤਾਂ ਪਹਿਲੇ ਅਲਫ ਬੇ ਵੀ ਪੜ੍ਹਾਣੀ ਪੈਂਦੀ, ਅਲਫ ਬੇ ਤੋਂ ਸ਼ੁਰੂ ਕਰਨਾ ਪੈਂਦਾ ਕੰਮ। ਸਮਝ ਇਹਨਾਂ ਨੂੰ ਫਿਰ ਵੀ ਨਹੀਂ ਵੜਦੀ। ਅਜੀਬ ਕਸਮ ਖੁਦਾ ਦੀ ਤੁਸੀਂ ਇੱਕ ਏਡੀ ਵੱਡੀ ਚੀਜ਼ ਕਰਵਾਈ ਔਰ ਇੱਕ ਮੁਫਤੀ ਕੋਲੋਂ ਕਰਾਈ, ਤੁਹਾਨੂੰ ਇਸ ਗੱਲ ਦੀ ਸ਼ਰਮ ਹੀ ਨਹੀਂ ਪਈ ਆਉਂਦੀ ਕਿ ਤੁਸੀਂ ਉਸ ਦੇ ਉੱਤੇ ਫਿਰ ਵੀ ਅਟਲ ਅੱਜ ਪਾ ਦੇਣਗੇ ਰਾਤੀ ਲਾਨਤ ਪਾ ਦੇਣਗੇ ਅੱਜ ਰਾਤੀ। ਹਰ ਮਰਲੇ ਯਾਰ ਵੇਖ ਕੇ ਨਾ ਤੇ ਇਹ ਉਹ ਹੋਰ ਪੱਕੀ ਹੋ ਜਾਂਦੀ ਹੈ ਗੱਲ ਵੀ ਇਹਨਾਂ ਨੇ ਕਾਦੀਆਂ ਜਿਹੜੇ ਡੈਮੇਜ ਪੀਸ ਸੀ ਨਾ ਮੁਸਲਮਾਨਾਂ ਦੇ ਦਿਮਾਗੋਂ ਬਿਲਕੁਲ ਫਾਰਗ, ਉਹ ਘੇਰੇ ਨੇ ਸਾਰੇ। ਨਹੀਂ ਹੁਣ ਨਜਬ ਭਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਕਿ ਕੁਰਾਨ ਪਾਕ ਮੁਫਤੀ ਮੁਬਸ਼ਰ ਨੇ ਝੂਠਾ ਚੁੱਕ ਲਿਆ ਵੇ ਤੇ ਉਹ ਤੇ ਭਾਰਾ ਪਏਗਾ? ਕਿਸ ਤਰ੍ਹਾਂ ਤੁਸੀਂ ਕਹਿੰਦੇ ਹੋ? ਜਾਂ ਤੁਸੀਂ ਮੇਰੇ ਸਿਆਲਵੀ ਸਾਹਿਬ ਤੇ ਪੈਣਾ, ਦੋ ਬੰਦਿਆਂ ਦੇ ਭਾਰਾ ਪੈਣਾ। ਮੇਰੀ ਇੱਕ ਮਿੰਟ ਮੇਰੀ ਗੱਲ ਸੁਣੋ ਅਹਿਮਦ ਜੱਟ ਸਾਹਿਬ, ਤੁਹਾਡੇ ਤੇ ਕੋਈ ਅਸਰ ਨਹੀਂ ਪੈਂਦਾ, ਬੇਫਿਕਰ ਹੋ ਕੇ ਮੇਰੀ ਗੱਲ ਸੁਣੋ। ਨਹੀਂ ਮੇਰੀ ਗੱਲ ਸੁਣੋ, ਇੱਕ ਤੁਸੀਂ ਕੁਰਾਨ ਚੁਕਵਾਇਆ ਨਾ ਤੇ ਤੁਸੀਂ ਸੱਚਾ ਸਮਝਦੇ ਤਾਂ ਫਿਰ ਤੁਸੀਂ ਇੱਥੇ ਸਾਬਤ ਕਰੋਗੇ ਮੁਫਤੀ ਮੁਬਸ਼ਰ ਨੂੰ ਝੂਠਾ ਸਾਬਤ ਕਰਕੇ, ਤਾਂ ਕਿ ਸਾਨੂੰ ਵੀ ਪਤਾ ਲੱਗੇ। ਲੇਕਿਨ ਇਸ ਹਲਫ ਦੇ ਨਾਲ ਇਹ ਯਕੀਨ ਜ਼ਰੂਰ ਹੈ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਉਸ ਹਲਫ ਦੇ ਮੁਤਾਬਕ ਕਜ਼ਾਬ, ਦਜਾਲ ਔਰ ਪਹਿਲਾਂ ਵੀ ਨਬੀ ਕਰੀਮ ਦੀ ਗੱਲ ਦੇ ਮੁਤਾਬਕ ਕਜ਼ਾਬ ਔਰ ਦਜਾਲ ਸਾਬਤ ਹੋ ਰਿਹਾ। ਯਾਰ ਮੁਨਕਰੀਨ ਦੀ ਕਿੱਥੇ ਗੱਲ ਆ ਗਈ? ਮੁਨਕਰੀਨ ਦੀ ਕਿਹੜੀ ਗੱਲ ਹੈ? ਨਬੀ ਆਏ ਨੇ ਇੱਧਰ ਕਿਹੜੇ ਸਾਰੇ ਮਾਨ ਲੈ ਕੇ ਯਾਰ ਮੁਸੈਲਮਾ ਕਜ਼ਾਬ ਨੂੰ ਵੀ ਕਜ਼ਾਬ ਕਿਹਾ ਗਿਆ, ਅਸਵਦ ਅੰਸੀ ਨੂੰ ਕਜ਼ਾਬ। ਤੇ ਮੈਂ ਕਹਿ ਰਿਹਾ ਕਿ ਇੰਨੇ ਨਬੀ ਕਿਹੜੇ ਸਾਰੇ ਲੋਕ ਮਾਨ ਲੈ। ਇਹ ਮਿਆਰ ਨਹੀਂ ਜਿਹੜਾ ਹੁਣ ਤੁਸੀਂ ਹਲਫ ਚੁਕਵਾਇਆ ਨਾ, ਇਸ ਹਲਫ ਦਾ ਮੈਨੂੰ ਦੱਸੋ ਕੀ ਕਰਨਾ। ਉਹ ਭਾਈ ਤੁਸੀਂ ਉਸ ਸਿਆਲਵੀ ਸਾਹਿਬ ਨੂੰ ਪੁੱਛੋ ਜਾਂ ਅਮਨ ਨਜ਼ੀਰ ਸਾਹਿਬ ਨੂੰ ਪੁੱਛੋ, ਚੁਕਵਾਇਆ ਕਿੰਨੇ ਵੇ? ਅਮਨ ਨਜ਼ੀਰ ਨੇ ਚੁਕਵਾਇਆ? ਕਿੰਨੇ ਕਿਹਾ ਸੀ ਹਲਫ ਚੁੱਕੋ? ਵੀ ਉਹ ਖਿਲਾਫ ਗੱਲਾਂ ਕਰਦਾ ਸੀ। ਮੈਂ ਕਿਹਾ ਕਿ ਤੁਸੀਂ ਸੱਚੇ ਜੇ ਤੇ ਆਪਣਾ ਕੁਰਾਨ ਚੁੱਕੋ, ਹਲਫ ਦਿਓ ਕਿ ਬਿਲਕੁਲ ਤੁਸੀਂ ਸੱਚੇ ਜੇ। ਅਮਨ ਨਜ਼ੀਰ ਤੇ ਗੱਲਾਂ ਦੱਸੀਆਂ ਬਿਲਕੁਲ ਸੱਚੀਆਂ। ਅਮਨ ਨਜ਼ੀਰ ਤੇ ਕੁਰਾਨ ਚੁੱਕ ਲਿਆ। ਝੂਠਾ ਕਿਸ ਯਾਰ? ਫਿਰ ਤੁਸੀਂ ਮੁਰਜ਼ਾ ਅਵਾਨ ਸਾਹਿਬ ਆ ਗਏ ਨੇ, ਇਹ ਸਾਨੂੰ ਦੱਸਦੇ ਨੇ ਕਿ ਮਿਰਜ਼ਾ ਸਾਹਿਬ ਤੇ ਐਲਾਮ ਨਹੀਂ ਸੀ ਹੁੰਦੇ। ਨਹੀਂ ਉਹ ਵੀ ਦੇਖਨੇ ਆ, ਪਹਿਲਾਂ ਨਜਫ ਨੂੰ ਗੱਲ ਮੁਕਾ ਲੈਣ ਦੋ ਵੀ ਉਹਨਾਂ ਨਿਆਂ ਲਿਆ, ਹਲਫ ਲਿਆ ਤੇ ਹੁਣ ਲਾਨਤ ਪਾਉਂਦੇ ਨੇ ਜਾਂ ਨਹੀਂ ਪਾਉਂਦੇ।
ਉਹ ਭਾਈ ਨਜਫ ਹੋਣੀ ਤੇ ਹੁਣ ਉਹ ਕਹਿ ਰਹੇ ਉਹਨਾਂ ਤੇ ਇਹ ਡਰ ਹੈ ਕਿ ਸਾਡੇ ਤੇ ਨਹੀਂ ਨਾ ਭਾਰਾ ਤੁਸਾਂ ਪੈ ਰਿਹਾ, ਮੁਫਤੀ ਸਿਰਫ ਮੁਬਸ਼ਰ- ਮੁਬਸ਼ਰ ਤੇ ਪੈ ਰਿਹਾ ਨਾ। ਨਹੀਂ ਤੁਸਾਂ ਮੁਬਸ਼ਰ ਸ਼ਾਹ ਸਾਹਿਬ ਕੋਲੋਂ ਹਲਫ ਲਿਆ ਸੀ, ਔਰ ਹਲਫ ਲੈਣ ਦੇ ਬਾਅਦ ਤੁਹਾਡਾ ਇੱਕ ਕੰਮ ਬਣਦਾ ਸੀ, ਇੱਕ ਬੰਦਿਆ ਇੱਕ ਮੁਸਲਮਾਨ ਜੇ ਅਗਰ ਤੁਸੀਂ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਹੋ ਨਾ, ਮੇਰਾ ਤੇ ਨਹੀਂ ਹੁਣ ਖਿਆਲ ਕਿ ਤੁਸੀਂ ਮੁਸਲਮਾਨ ਆਪਣੇ ਆਪ ਨੂੰ ਕਹਿਣ ਦੇ ਕੁਆ ਵੀ ਸਕਦੇ ਹੋ, ਲੇਕਿਨ ਜਦੋਂ ਤੁਸੀਂ ਹਲਫ ਲੈ ਲਿਆ ਸੀ ਤੁਹਾਡਾ ਕੰਮ ਬਣਦਾ ਸੀ ਹੁਣ ਮੇਰੀ ਜੰਨਤ ਦੋਜ਼ਖ ਦਾ ਫੈਸਲਾ ਹੋ ਗਿਆ ਹੈ। ਮੁਫਤੀ ਮੁਬਸ਼ਰ ਮੈਂ ਤੇਰੀ ਗੱਲ ਤੇ ਆਮੀਨ ਕੀਤਾ, ਇੱਥੇ ਆਮੀਨ ਕਰਨਾ ਬਣਦਾ ਸੀ, ਜਿਹੜਾ ਵੀ ਭਾਰਾ ਸੀ। ਫਿਰ ਜੇ ਅਗਰ ਝੂਠ ਹੁੰਦਾ ਸੱਚ ਹੁੰਦਾ ਮੁਫਤੀ ਮੁਬਸ਼ਰ ਤੇ ਹੁੰਦਾ। ਭਾਈ ਜੀ ਇਹੀ ਤੇ ਅਸੀਂ ਕਰਾਉਣਾ ਚਾਹੁੰਦੇ ਸੀ, ਉਹ ਝੂਠ ਬੋਲਦਾ ਪਿਆ ਸੀ ਜੋ ਯਾਰ ਝੂਠ ਖੁਦਾ ਦੇ ਉਹ ਬੰਦੇ, ਉਹ ਝੂਠ ਬੋਲਦਾ ਸੀ ਸੱਚ ਬੋਲਦਾ ਸੀ ਪਿਆ, ਠੀਕ ਹੈ। ਜਦੋਂ ਨਾ ਲਫ਼ਜ਼ ਚੁੱਕ ਦਿੱਤਾ, ਕੁਰਾਨ ਹੱਥ 'ਚ ਫੜ ਕੇ, ਅੱਲਾਹ ਪਾਕ ਦੇ ਉਹ ਪਾਕ ਕਲਾਮ ਹੈ ਔਰ ਉਹਦਾ ਬੜਾ ਭਾਰਾ ਹੈ, ਔਰ ਸਰੇਆਮ 122 ਬੰਦਾ ਵੇਖਦਾ ਸੀ ਪਿਆ। ਔਰ ਕੁਰਾਨ ਪਾਕ ਵੀ ਤੁਹਾਡੀ ਮਰਜ਼ੀ ਦਾ ਨਹੀਂ ਕੁਰਾਨ ਪਾਕ ਇੱਕ ਹੀ ਹੈ ਜੀ, ਸਾਡੀ ਮਰਜ਼ੀ ਨਹੀਂ, ਕੁਰਾਨ ਪਾਕ ਇੱਕ ਹੀ ਹੈ। ਪਰ ਇੱਕ ਤੇ ਤੁਸੀਂ ਨਹੀਂ ਨਾ ਲੈਂਦੇ ਤਫਸੀਰੇ ਸਗੀਰ, ਤੇ ਤੁਸੀਂ ਆਖਿਆ ਅਸਾਂ ਨਹੀਂ ਲੈਣਾ ਨਿਆ, ਓਹੋ ਗੱਲ ਤੇ ਕੁਰਾਨ ਮਜੀਦ ਤੇ ਇੱਕ ਹੀ ਹੈ। ਤੇ ਫਿਰ ਕਿਉਂ ਨਹੀਂ ਜਲਿਆ ਤਫਸੀਰੇ ਸਗੀਰ ਤੇ ਹਲਫ ਕਿਉਂ ਨਹੀਂ ਜਲਿਆ? ਤੁਸੀਂ ਆਖਿਆ ਉਹ ਆਪਣੇ ਵਾਲਾ ਕੱਢ। ਨਹੀਂ ਅਮਨ ਜੀ ਸਾਹਿਬ ਕੁਰਾਨ ਮਜੀਦ ਮੈਨੂੰ ਕਸਮ ਡਰ ਲੱਗਦਾ ਪਿਆ, ਤੁਹਾਡੇ ਜ਼ਾਤ ਤੋਂ ਡਰ ਕੁਰਾਨ ਲੱਗ ਮਜੀਦ ਰਿਹਾ। ਦੇਖਿਆ ਤੇ ਇਹ ਦੇਖੋ ਤੁਸੀਂ ਲੋਅਰ ਖੁਦ ਹੀ ਬੜਾ ਮਸਜਿਦ ਦੇ ਕੋਲੋਂ ਇਹਨਾਂ ਨੂੰ ਕੋਈ ਡਰ ਨਹੀਂ ਜ਼ਾਬ ਦਾ, ਇਹਨਾਂ ਦਾ ਕੁਰਾਨ ਹੋ ਰਿਹਾ ਲੱਥੀ ਚੜੀ ਦੀ ਕੋਈ ਪਰਵਾਹ ਨਹੀਂ ਇਹਨਾਂ ਨੂੰ। ਇਹ ਯਕੀਨ ਹੈ ਵੀ ਇਹ ਜਾਨ ਮਿੱਠਾ ਤੇ ਅਗਲਾ ਕਿਸ ਡਿੱਠਾ। ਅੱਜ ਦੀ ਰਾਤ ਗੁਜ਼ਰ ਜੇ ਵੱਡੇ ਵੇਲੇ ਜਿਹੜਾ ਕਹਿਰ ਪੈਣਾ ਰੱਬ ਦਾ ਪੈ ਜੇ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਦੇਖੋ ਜਿਹੜਾ ਝੂਠਾ ਕੁਰਾਨ ਚੁੱਕਿਆ ਆਪ ਹੀ ਪੈ ਜਾਏਗਾ। ਅਮਨ ਸਾਹਿਬ ਤੁਹਾਨੂੰ ਇਹਦਾ ਕਾਹ ਇਤਰਾਜ਼ ਹੈ? ਉਹ ਮਲਕ ਇਕਰਾਮ ਸਾਹਿਬ ਤੁਸੀਂ ਬਰਾੜ ਉੱਤੇ ਬੈਠੇ ਹੋ, ਮਲਕ ਇਕਰਾਮ ਸਾਹਿਬ ਜੀ ਉਹ ਮਲਕ ਜੀ 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 ਹਾਂਜੀ ਮੈਂ ਕਿਹਾ ਤੁਸੀਂ ਬਰਾੜ ਤੇ ਬੈਠੇ ਹੋ, ਕੋਈ ਗੱਲ ਕਰਨੀ ਹੈ ਤਾਂ ਕਰੋ, ਨਹੀਂ ਤੇ ਮਿਊਟ ਲਗਾ ਲਓ। ਗੱਲ ਹੀ ਕਰਨੀ है सर कि ताजदारी ख़त्म नबूवत सल्लल्लाहु अलैहि वसल्लम जिंदाबाद, मिर्ज़ा कादियानी मुर्दाबाद, और मिर्ज़ा कादियानी टट्टी च मरिया सी ओदी यही हकीकत है। ਲਓ इस तो ज़्यादा हाँ जी ਬਸ ਇੰਨਾ ਕਹਿਣਾ ਸਾਜੇ। ਮਤਲਬ ਸਾਹਿਬ ਇਹ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਠੀਕ ਕਹੀ ਹੈ। ਇਹ ਵੀ ਇੱਕ ਇੱਕ ਮਿੰਟ ਖਲੋ ਜੋ ਇਕਰਾਮ ਭਾਈ ਜਰਾ ਮਿਊਟ ਲਾ ਲਓ। ਇਸ ਗੱਲ ਦਾ ਜੀ ਫੈਸਲਾ ਕਰਕੇ ਜਾਣਾ ਜੀ ਜੱਜ ਸਾਹਿਬ, ਇਸ ਗੱਲ ਦਾ ਜੱਜ ਸਾਹਿਬ ਫੈਸਲਾ ਕਰਕੇ ਜਾਣਾ ਜੀ। ਹਲਫ ਤੁਸਾਂ ਲਿਆ, ਠੀਕ ਹੈ, ਔਰ ਇੱਥੇ ਤੁਸਾਂ ਉਸ ਹਲਫ ਦੇ ਉੱਤੇ ਕਾਇਮ ਹੋ ਕੇ ਅੱਜ ਖਲੋਣਾ ਜੇ। ਅੱਜ ਆਪਣਾ ਮਰਦ ਹੋਣਾ ਵੀ ਸਾਬਤ ਕਰਨਾ ਜੇ, ਠੀਕ ਹੈ, ਤੇ ਅੱਜ ਇਹ ਵੀ ਸਾਬਤ ਕਰਨਾ ਹੈ ਕਿ ਤੁਸੀਂ ਕੁਰਾਨ ਕਰੀਮ ਨੂੰ ਮੰਨਦੇ ਹੋ। ਭਾਈ ਜੀ ਮਲਕ ਸਾਹਿਬ ਹੁਣ ਕਦੀ ਵੀ ਸਾਬਤ ਨਹੀਂ ਕਰ ਸਕਣਗੇ, ਜੋ ਮਰਜ਼ੀ ਕਰ ਲਵੋ ਇਹ ਕਦੀ ਵੀ ਨਹੀਂ ਸਾਬਤ ਕਰਨਗੇ। ਬਸ ਹੁਣ ਦਾएं ਬਾएं ਸ਼ਾਇਦ ਦੀਆਂ ਨਾ ਗੱਲਾਂ ਤਾਂ ਮੈਂ ਕੁਰਾਨ ਦੇ ਹਲਫ ਦੀ ਗੱਲ ਕਰ ਰਿਹਾ, ਮੈਨੂੰ ਮਲਕ ਹਾਂਜੀ ਇਕਰਾਮ ਹਾਂਜੀ ਬਿਲਕੁਲ ਇਹਨਾਂ ਕੋਲ ਲੈ ਲਵੇ, ਇਹਨਾਂ ਕੋਈ ਕੁਰਾਨ ਦਾ ਹਲਫ ਲੈ ਲਵੋ ਕਿ ਵਾਕਿਆ ਮਿਰਜ਼ਾ ਸਾਹਿਬ ਲੈਟਰਿਨ 'ਚ ਹੀ ਫੌਤ ਯਾਰ ਤੁਸੀਂ ਹਲਫ ਲੈਣ ਹੀ ਆਏ ਹੋ ਕਿ ਤੁਸੀਂ ਆਪਣੀ ਗੱਲ ਤੇ ਵੀ ਖਲੋਣ ਆਏ ਕਿ ਕੋਈ ਨਾ, ਕੋਈ ਬੰਦਿਆਂ ਵਾਲੀ ਗੱਲ ਹੈ ਜੇ। ਭਾਈ ਜੀ ਦੇਖੋ ਇੱਕ ਜੱਟ ਬੰਦਾ ਤੇ ਐਂਡ ਲਈ ਮੇਰੀ ਗੱਲ ਦੇਖੋ ਜੀ, ਸੁਣੋ, ਉਹ ਝੂਠ ਜੱਟ ਬੋਲਦਾ ਪਿਆ ਤੋ ਇਹਦੇ ਤੇ ਦਾ ਯਾਰ ਉਹ ਝੂਠ ਬੋਲੇ ਸੱਚ ਬੋਲੇ, ਝੂਠ ਬੋਲੇ ਸੱਚ ਬੋਲੇ। ਉਹਨਾਂ ਕੁਰਾਨ ਦਾ ਹਲਫ ਚੁੱਕਿਆ, ਚੁਕਵਾਇਆ ਤੁਸੀਂ, ਚੁਕਵਾਇਆ ਜੇ ਨਾ। ਉਹ ਭਾਈ ਜੀ ਉਹ ਇਹ ਅਮਨ ਨਜ਼ੀਰ ਸਾਹਿਬ ਨੇ ਉਹ ਚ ਹਵਾ ਭਰੀ ਹੈ ਤੇ ਉਹਨੇ ਚੁੱਕ ਲਿਆ। ਯਾਰ ਜਿੰਨੇ ਵੀ ਹਵਾ ਭਰੀਏ, ਚੁਕਵਾਇਆ ਕਿੰਨੇ ਕੁਰਾਨ ਦਾ ਹਲਫ? ਦੇਖੋ ਜੀ ਉਹ ਬਰੇਲਵੀ ਮੁਸ਼ਰਕ ਹੈਗਾ ਸੀ, ਅਮਨ ਨਜ਼ੀਰ ਸਾਹਿਬ ਨੇ ਤਾਂ ਕੁਰਾਨ ਯਾਰ ਉਹ ਮੁਸ਼ਰਕ ਸੀ, ਮੁਸਲਮਾਨ ਸੀ, ਜੋ ਵੀ ਸੀ, ਕੁਰਾਨ ਦਾ ਹਲਫ ਕਿੰਨੇ ਚੁਕਵਾਇਆ? ਵੀ ਅਮਨ ਨਜ਼ੀਰ ਸਾਹਿਬ ਨੇ ਚਵਾ ਭਰੀ ਹੈ ਸਿਹਰਾ ਤੇ ਅਮਨ ਨਜ਼ੀਰ ਸਾਹਿਬ ਯਾਰ ਸੇਰਾ ਜਿਹਦੇ ਵਿੱਚ ਕੁਰਾਨ ਦਾ ਹਲਫ ਦਾ ਕਿੰਨੇ ਕਿਹਾ ਸੀ ਕਿ ਕੁਰਾਨ ਦਾ ਹਲਫ ਚੁੱਕੋ? ਭਾਈ ਜੀ ਉਹ ਗਲਤ ਬਿਆਨੀ ਕਰ ਰਿਹਾ ਸੀ, ਮੈਂ ਕਿਹਾ ਯਾਰ ਮੈਂ ਤੁਹਾਡੇ ਕੋਲੋਂ ਕਿਸੇ ਗੱਲ ਦੀ ਮੇਰੀ ਗੱਲ ਸੁਣ, ਸੱਚਾ ਤੇ ਕੁਰਾਨ ਤੇ ਹਲਫ ਦੇ, ਸੱਚਾ ਕੁਰਾਨ ਤੇ ਹਲਫ ਦੇ। ਚੁਕਵਾਇਆ ਸੀ ਜੇ ਨਾ, ਹਾਂਜੀ ਉਹ ਸੱਚਾ ਸੀ, ਉਹਨੇ ਕੁਰਾਨ ਤੇ ਹਲਫ ਚੁੱਕ ਲਿਆ। ਉਹ ਭਾਈ ਉਹ ਇਧਰ ਉਹ ਫੈਸਲਾ ਤਾਂ ਆਵਾਮ ਨੇ ਕਰਨਾ ਹੈ ਨਾ, ਸੱਚਾ ਸੀ ਕਿ ਝੂਠਾ ਸੀ ਆਵਾਮ ਨੇ, ਇਹ ਆਵਾਮ ਨੇ ਨਹੀਂ, ਹੁਣ ਅੱਲਾ ਨੇ ਕਰਨਾ। ਉਹ ਤਾਂ ਅੱਲਾ ਨੇ ਕਰਨਾ ਹੀ ਕਰਨਾ। ਉਹ ਤਾਂ अस्सलाम वालेकुम। ਉਹ ਤੁਸੀਂ ਫੁੜਕਾ ਹੀ ਨਜਫ ਇੱਕ ਮਿੰਟ, ਨਹੀਂ ਅਹਿਮਦ ਭਾਈ ਤੁਸੀਂ ਉਹਨਾਂ ਕੋਲੋਂ ਹਲਫ ਲਿਆ ਹੈ ਨਾ, ਜੀ ਜੀ ਤੁਸੀਂ ਉਹਨਾਂ ਕੋਲੋਂ ਹਲਫ ਲਿਆ ਨਾ, ਉਹਨਾਂ ਨੇ ਇਸ ਬਿਨਾ ਤੇ ਹਲਫ ਦਿੱਤਾ ਹੈ ਕਿ ਮੈਂ ਹਲਫ ਦੇਣਾ ਵਾਂ ਕਿ ਮਿਰਜ਼ਾ ਸਾਹਿਬ ਕਜ਼ਾਬ ਸਨ, ਝੂਠੇ ਸਨ, ਇਸ ਤਰ੍ਹਾਂ ਹੀ ਹੈ ਨਾ, ਇਸੇ ਗੱਲ ਤੇ ਹਲਫ ਲਿਆ ਗਿਆ ਨਾ।
ਹੋਰ ਵੀ ਪਿੱਛੇ ਹੋਰ ਵੀ ਲਫ਼ਜ਼ ਚਲੋ ਕਾਫੀ ਇਹ ਜ਼ਿਕਰ ਅਸੀਂ ਆ ਗਏ। ਨੇੜੇ ਹੀ ਰਹਿੰਦੇ ਆ, ਅਸੀਂ ਨੇੜੇ ਰਹਿੰਦੇ ਆ, ਅਸੀਂ ਦੂਰ ਨਹੀਂ ਜਾਂਦੇ, ਅਸੀਂ ਜ਼ਿਆਦਾ ਮਿਰਜ਼ਾ ਸਾਹਿਬ ਤੇ ਨਹੀਂ ਤਨਕੀਦ ਕਰਦੇ, ਇੱਥੇ ਹੀ ਰਹਿ ਕੇ ਅਸੀਂ ਗੱਲ ਮੁਕਾ ਲੈਂਦੇ ਆ। ਇਸੇ ਗੱਲ ਤੇ ਹਲਫ ਲਿੱਤਾ ਗਿਆ ਨਾ, ਤੁਸੀਂ ਇਸੇ ਗੱਲ ਤੇ ਹਲਫ ਲਿਆ, ਹੁਣ ਤੁਸੀਂ ਇਸੇ ਗੱਲ ਦਾ ਹਲਫ ਦੇ ਦਿਓ ਕੁਰਾਨ ਫੜ ਕੇ ਹੱਥ 'ਚ ਕਿ ਮਿਰਜ਼ਾ ਸਾਹਿਬ ਸੱਚੇ ਸਨ। ਚਲੀ ਹੱਕ ਨਹੀਂ ਲੈਣਾ ਹਲਫ ਯਾਰ, ਕੀ ਹੋ ਗਿਆ, ਦਿਮਾਗ ਠੀਕ ਹੈ? ਹਲਫ ਇੱਕ ਬੰਦੇ ਦਾ ਹੁੰਦਾ ਔਰ ਜਿਹੜਾ ਜਿੰਨਾ ਦੇ ਦਿੱਤਾ। ਤਾਂ ਜਦੋਂ ਦੋਵੇਂ ਕਸਮਾਂ ਚੁੱਕ ਲੈਣ ਨਾ ਫੇਰ ਫੈਸਲਾ ਅੱਲਾ ਦੇ ਜਾਂਦਾ ਹੈ। ਉਹ ਭਾਈ ਜੀ ਜਦੋਂ ਦੇਖੋ ਦੋਵੇਂ ਕਸਮਾਂ ਚੁੱਕਣ, ਉਹ ਭਾਈ ਜੀ ਉਹਨਾਂ ਲਫ਼ਜ਼ ਦੇਤਾ ਹੁਣ ਤਾਂ ਹਲੇ ਤੇ ਇਹ ਮੰਨਦੇ ਹੀ ਨਹੀਂ ਪਏ। ਜਾਂ ਤੇ ਇਹ ਮੰਨ ਲੈਣ ਨਾ ਕਿ ਮਿਰਜ਼ਾ ਸਾਹਿਬ ਕਜ਼ਾਬ ਨੇ, ਝੂਠੇ ਨੇ, ਦਜਾਲ ਨੇ ਤੇ ਮੁਸਲਮਾਨ ਹੋਈ ਜਾਣ, ਤੇ ਜਾਂ ਤੇ ਮੰਨ ਲੈਣ ਉਹਨਾਂ ਦਾ ਹਲਫ। ਅਹਿਮਦ ਸਾਹਿਬ ਸਲਾਮ ਅਲੈਕਮ। ਉਹ ਛੋੜੋ ਦੀ ਜਾਨ ਜਾਓ। ਉਹ ਯੂਜ਼ਰ ਸਾਹਿਬ ਨਹੀਂ। ਇੱਕ ਮਿੰਟ, ਯੂਜ਼ਰ ਸਾਹਿਬ ਇੱਕ ਯਾਰ, ਮਿੰਟ, ਇੱਕ ਮਿੰਟ ਯਾਰ। ਮਿਊਟ ਲਾਓ ਜ਼ਰਾ, ਮਿਊਟ ਲਾਓ। ਨਹੀਂ ਕਰ ਲਿਆ ਤੁਸੀਂ ਜਾਓ ਖੁਦਾ ਨਹੀਂ। ਨਹੀਂ ਨਹੀਂ ਮਿਊਟ ਜੱਟ ਲਾਓ ਸਾਹਿਬ, ਜ਼ਰਾ, ਜੱਟ ਮਿਹਰਬਾਨੀ ਸਾਹਿਬ। ਕਰੋ, ਮਿਹਰਬਾਨੀ ਕਰੋ। ਜਾਂ ਤੇ ਇਸ ਗੱਲ ਨੂੰ ਐਕਸੈਪਟ ਕਰ ਲੈਣਾ ਉਹਨਾਂ ਦਾ ਹਲਫ ਦਾ, ਫੇਰ ਪੈਂਦਾ ਹੈ। ਝੂਠਾ ਕੁਰਾਨ ਚੁਕਣਾ ਸੀ ਉਹ ਚੁਕਵਾ ਲਿਆ। ਅੱਛਾ ਤੋਬਾ ਅਸਤਗਫਾਰ ਲਾਨਤ ਤੇਰੇ ਉੱਤੇ। ਓਏ ਕੁਰਾਨ ਝੂਠਾ ਨਹੀਂ ਹੁੰਦਾ ਏ, ਜਾਂ ਚੁੱਕਣਾ ਝੂਠਾ ਹੁੰਦਾ, ਇਹ ਸੱਚਾ ਹੁੰਦਾ ਹੈ। ਓ ਲਾਂਤੀਆ, ਕੁਰਾਨ ਨਹੀਂ ਝੂਠਾ ਹੁੰਦਾ। ਓਏ ਲਾਂਤੀਆ, ਤੁਹਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਕੁਰਾਨ ਝੂਠਾ, ਕੁਰਾਨ ਝੂਠਾ, ਉਹਦੀ ਬਕਵਾਸ ਕਰ ਰਿਹਾ ਮੈਂ। ਝੂਠੀ ਗੱਲ ਤਾਂ ਓ ਮੁਰਤਜ਼ਾ ਆਵਾਜ਼ ਸਾਹਿਬ ਇੱਕ ਮਿੰਟ ਠਹਿਰੇ, ਓ ਝੂਠੇ, ਓ ਲਾਂਤੀਓ, ਝੂਠੇ ਨੇ ਤੁਸੀਂ, ਉਹ ਕੁਰਾਨ ਨੂੰ ਝੂਠਾ ਕਹਿੰਦੇ ਹੋ। ਲਾਂਤੀਓ, ਝੂਠੀ ਗੱਲ ਤਾਂ ਕੁਰਾਨ ਚੁੱਕਿਆ। ਓ ਲਾਂਤੀਆ, ਚੁੱਪ ਕਰ, ਲਾਂਤੀਆ, ਝੂਠਾ ਦਜਾਲ ਦੇ ਮੰਨਣ ਵਾਲਿਆ, ਕਜ਼ਾਬ ਦੇ ਮੰਨਣ ਵਾਲਿਆ, ਖੰਜ਼ੀਰ ਦੇ ਮੰਨਣ ਵਾਲਿਆ। ਸਾਹਿਬ ਇਹਨਾਂ ਨੂੰ ਥੱਲੇ ਲਾਇਓ ਜ਼ਰਾ, ਯੂਜ਼ਰ ਸਾਹਿਬ ਨੂੰ। ਅੱਜ ਅਹਿਮਦ ਜੱਟ ਸਾਹਿਬ ਨਾਲ ਅਹਿਮਦ ਸਾਹਿਬ ਜਾਓ, ਇਹ ਯੂਜ਼ਰ ਸਾਹਿਬ ਨੂੰ ਥੱਲੇ ਲਾਓ ਜ਼ਰਾ। ਉਹ ਇਹਨਾਂ ਨੇ ਉਹਦਾ ਬਕਵਾਸ ਕਰੀ ਜਾਂਦੇ ਨੇ ਬੇ ਕੁਰਾਨ ਝੂਠਾ, ਕੁਰਾਨ ਝੂਠਾ, ਝੂਠਾ ਝੂਠਾ ਕਰਦੇ ਨੇ ਗੱਲ ਬੇ। ਨਹੀਂ ਹੈਗੀ ਨਾ ਨਾਉਜ਼ੁ ਬਿੱਲਾ, ਨਾਉਜ਼ੁ ਬਿੱਲਾ, ਨਾਉਜ਼ੁ ਬਿੱਲਾ। ਇਹਨਾਂ ਰੋਂਦਾ ਰਹਿਣਾ, ਝੂਠਾ ਕੁਰਾਨ ਚੁੱਕਿਆ, ਰੋਂਦੇ ਰਵਣ ਦੇ। ਮੈਂ ਕਹਿੰਦਾ ਮਿਰਜ਼ਾ ਕਾਦੀਆਨੀ ਦਜਾਲ ਲਾਂਤੀ ਸੀ, ਖੰਜ਼ੀਰ ਸੀ। ਮੈਂ ਇਸ ਗੱਲ ਦਾ ਹਲਫ ਦੇਣਾ ਵਾ, ਉਹ ਕਜ਼ਾਬ ਸੀ, ਉਹ ਦਜਾਲ ਸੀ। ਮੈਂ ਹਲਫ ਦੇਣਾ ਇਸ ਗੱਲ ਦਾ, ਮੈਂ ਕੁਰਾਨ ਫੜ ਕੇ ਕਹਿਣਾ ਵਾ। ਫੇਰ ਠੀਕ ਹੀ ਤੂੰ ਵੀ ਕਹਿ ਹੁਣ, ਜੱਟ ਜੇ ਸਾਹਿਬ ਉਹ ਦੇਖੋ ਸੱਚਾ ਤੁਸੀਂ ਨਾ ਤੋੜ ਤੇ ਦੋਗੇ। ਚੁੱਕ ਫਿਰ। ਉਹ ਤੁਹਾਡੀ ਮੇਰੀ ਔਕਾਤ ਹੀ ਬਰਾੜ ਤੇ ਬਹਿ ਕੇ ਉਹਨਾਂ ਨੇ ਨਹੀਂ ਕਹਿਣਾ ਯਾਰ, ਬਰਾੜ ਤੇ ਬਹਿ ਕੇ ਕਿਸ ਤਰ੍ਹਾਂ ਕਹਿ ਸਕਦੇ? ਮਤਲਬ ਕਿਹੋ ਜਿਹੇ ਲੋਕ ਹੋ ਤੁਸੀਂ ਯਾਰ, ਗੈਰਤ ਲੋਕ ਹੋ। ਦਿਲੋਂ ਤੁਹਾਡੇ ਵਾਲੀ ਗੱਲ ਮੰਨ ਰਹੇ ਨੇ। ਝੂਠੀਆਂ ਗੱਲਾਂ ਸੁਣਾਉਂਦੇ ਹੋ, ਕੁਰਾਨ ਝੂਠੇ ਚੁੱਕਦੇ ਹੋ। ਓਏ ਉਹ ਝੂਠਿਆ, ਉਹ ਕਜ਼ਾਬ ਦੇ ਮੰਨਣ ਵਾਲਿਆ, ਫੇਰ ਬਕਵਾਸ ਕਰੀ ਜਾਂਦਾ ਪਿਆ ਕੁਰਾਨ ਦੇ ਉੱਤੇ। ਲਾਂਤੀਆ, ਦਜਾਲ ਦੇ ਪੈਰੋਕਾਰਾਂ। ਲਾਂਤੀ ਤੁਹਾਡਾ ਮੁਫਤੀ ਮੁਬਸ਼ਰ ਹੈ। ਲਾਂਤੀ ਤੇਰਾ ਮਿਰਜ਼ਾ ਕਾਦੀਆਨੀ ਦਜਾਲ ਲਾਂਤੀ ਸੀ। ਮਿਰਜ਼ਾ ਮਸਰੂਰ ਹਰਾਮੀ ਏ, ਖੰਜ਼ੀਰ ਏ, ਤਾਂ ਫਿਰ ਝੂਠਾਈ। ਮਿਰਜ਼ਾ ਮਸਰੂਰ ਝੂਠਾਈ, ਚੁੱਕ ਕਸਮ। ਬਗੈਰਤ ਉਹ ਰੋਂਦੇ ਰਹੋ, ਛੱਡਦੇ ਰਹੋ, ਕੁੱਟਦੇ ਰਹੋ। ਸ਼ਬਦ ਇਨਸਾਨ। ਤੁਹਾਡੇ ਮੁਫਤੀ ਨੇ ਝੂਠੀ ਗੱਲ ਦੇ ਕੁਰਾਨ ਚੁੱਕਿਆ ਅੱਜ। ਅਸਤਗਫੁਰullah, ਤੋਬਾ ਤੋਬਾ ਤੋਬਾ। ਤੂੰ ਤੁਸੀਂ ਸੱਚਾ ਦੱਸੋ ਕਿਸ ਤਰ੍ਹਾਂ ਹੈ? ਸੱਚਾ ਦੱਸ ਕਿਸ ਤਰ੍ਹਾਂ ਹੈ? ਚਲ ਆ ਆਪਣੇ ਪਿਓ ਦਾ ਬਣ, ਮਿਰਜ਼ਾ ਕਾਦੀਆਨੀ ਸੱਚਾ ਸਾਬਤ ਕਰ ਦਿੱਤੇ। ਅਗਰ ਉਹਨਾਂ ਕੁਰਾਨ ਉਹਨਾਂ ਸੱਚਾ ਚੁੱਕਿਆ, ਮੈਂ ਇਸ ਗੱਲ ਦਾ ਹਲਫ ਦੇਣਾ। ਤੂੰ ਅਗਰ ਇੱਕ ਪਿਓ ਦੀ ਔਲਾਦ ਹੈ ਨਾ, ਆਪਣੇ ਇੱਕ ਪਿਓ ਦੀ ਔਲਾਦ ਹੈ, ਚੱਲ ਇੱਥੇ ਮਿਰਜ਼ਾ ਕਾਦੀਆਨੀ ਸੱਚਾ ਸਾਬਤ ਕਰਕੇ ਵਹਾ। ਤਹਿਰੀਰ ਤੇਰੇ ਸਾਹਮਣੇ ਅਸੀਂ ਰੱਖਨੇ ਆ। ਤੁਹਾਡੀ ਔਕਾਤ ਕੀ ਹੈ? ਤੁਹਾਡੇ ਸਾਹਮਣੇ ਮੇਰੀ ਔਕਾਤ ਇਹ ਹੈ ਕਿ ਮੈਂ ਵੀ ਇੱਕ ਮਿੰਟ ਲਈ ਆਖ। ਮੇਰੀ ਔਕਾਤ ਇਹ ਇਹ ਹੈ ਆਪ ਕਿ ਕਿਸੇ ਮੈਂ ਮੁਰੱਬੀ ਜ਼ਿੰਦੀਕ ਦੀ ਔਲਾਦ ਹੈ, ਇਹਨੇ ਕੀ ਸੱਚਾ ਸਾਬਤ ਕਰਨਾ ਕਜ਼ਾਬ ਨੂੰ, ਦਜਾਲ ਨੂੰ? ਇੱਕ ਮਿੰਟ ਲਈ ਆਖ। ਮੇਰੀ ਔਕਾਤ ਸੁਣ ਲੈ। ਮੇਰੀ ਔਕਾਤ ਇਹ ਹੈ ਕਿ ਮੈਂ ਉਮਤ ਮੁਹੰਮਦੀਆ ਦੇ ਵਿੱਚ ਅਲਹਮਦੁਲਿਲਾ ਮੁਸਲਮਾਨ ਕਵਾਨਾ ਵਾ। ਮੈਂ ਮੁਸਲਮਾਨ, ਤੇਰੀ ਤੂੰ ਜੋ ਵੀ ਹੈ, ਤੂੰ ਹੁਣ ਮਿਰਜ਼ਾ ਕਾਦੀਆਨੀ ਸੱਚਾ ਸਾਬਤ ਕਰਨਾ ਹੈ। ਤੂੰ ਇਸ ਕੁਰਾਨ ਜਿਹੜਾ ਉਹਨਾਂ ਹਲਫ ਮੈਨੂੰ ਜ਼ਰੂਰਤ ਨਹੀਂ ਸਾਬਤ ਕਰਨ ਦੀ। ਸਾਡੇ ਕੋਲ ਸਾਬਤ ਸਾਨੂੰ ਜ਼ਰੂਰਤ ਹੀ ਮਹਿਸੂਸ ਨਹੀਂ ਹੁੰਦੀ। ਤੁਹਾਡੀ ਔਕਾਤ ਨਹੀਂ ਹੈ। ਤੂੰ ਝੂਠੇ ਤੇਰੀ ਔਕਾਤ ਕੀ ਹੈ? ਤੇਰੇ ਮਿਰਜ਼ੇ ਦੀ ਔਕਾਤ ਕੀ ਹੈ? ਤੇਰੇ ਮਿਰਜ਼ੇ ਦੀ ਔਕਾਤ ਕੀ ਸੀ? ਮੈਨੂੰ ਇਹ ਦੱਸ ਨਾ। ਤੇਰੇ ਮਿਰਜ਼ੇ ਦੀ ਕੀ ਔਕਾਤ ਹੈ? ਮੈਨੂੰ ਇਹ ਦੱਸ। ਤੁਹਾਡੇ ਮੂੰਹ 'ਚ ਗੰਦ ਯਾਰ ਕੋਈ ਗੱਲ ਕੋਈ ਦਲੀਲ ਨਾਲ ਕਰ ਲੋ। ਇੱਕ ਹੀ ਜਗ੍ਹਾ ਫਸ ਜਾਂਦੇ ਹੋ ਯਾਰ, ਕੀ ਹੋ ਗਿਆ? ਕੋਈ ਦਲੀਲ ਨਾਲ ਯਾਰ ਗੱਲ ਬਗੈਰ ਦੇ ਬੱਚੇ ਆ ਕੇ कुरान पे हलफ चुकवान पे मलक साहब देखे आपने उस टाइम से वो बार बार एक बात करते जा रहे हैं, कुरान झूठा, कुरान झूठा। कुरान का ओए चुप कर जाए। ओए मलक साहब इन्हू थले लाओ भाई। कुरान झूठानी है, झूठी बकवास करके उन्हें कुरान चुकिया है। मैं चलो एक मिनट यूजर साहब, एक मिनट देखो बात सुनो अली अक भाई, बात ये है मलक साहब एक मिनट दे दे, एक न्यूट्रल प्लेटफॉर्म है, न्यूट्रल बिल्कुल। एक मिनट दे दे मुझे यूजर भाई, एक मिनट। यूजर साहब बात सुन भी लिया करे, काम खत्म है, बात सुन ले ना, बात तो वापस नहीं देखें, बात सुने। उन्होंने हलफ दिया है,
बस ये एक न्यूट्रल प्लेटफॉर्म है, यहाँ पे यार बंदा ठीक आके है, अपनी ठीक है मोहतरम। बात का इजहार अड़ी कर गया सकता उन्होंने है। ब्रांड नहीं पे बैठ मोहतरम, के देखे गल वो नहीं करनी। उसमें मुझे जिस बात के ऊपर गुस्सा आया ना, मैं खाना खा रहा था, मैं इनकी गुफ्तगू सुन रहा था, वो बार बार एक ही अल्फाज कहते जा रहे थे, कुरान झूठा, कुरान झूठा। ऐसे नहीं कहते। अगर कोई बंदा हलफ देता है, या वो बंदा सच्चा होता है या वो बंदा झूठा होता है। हाँ, कुरान तो सच्चा है हमारा, ऐसी ठीक कोई है। शक एक बात देखे, अब उन्होंने कुरान का हलफ दिया है, किस बात पे हलफ दिया है? इस बात पे हलफ दिया है कि मिर्जा कादियानी दज्जाल है और कज़ाब है। अच्छा, ठीक है, ये इसी बात पे हलफ दिया। बदर रिजवान साहब कौन है? बदर रिजवान साहब, बदर रिजवान साहब, बदर रिजवान साहब, बदरी कोई नहीं बोलता यार। नीचे जगह हमें चाहिए होती है, तो अगर आपने बात करनी है तो कॉल डाले, कोई ज़रूरी काम है तो कॉल डाले, और कोई नसीहत अगर हमें करनी है तो करें, जिस तरह मुर्जा वान साहब सानू नसीहता करते ने चंगिया चंगिया। देखे अवान साहब देखे, अवान साहब, मलक अवान साहब देखे यार, एक बात तो सुन लेना भाई। यार बात ही नहीं सुनते यार। और यार तुसी एक गल कितनी बारी भाई करोगे कि बंदा झूठा होंदा ओ है भाई, या बंदा सच्चा होंदा है? कुरान उसका मतलब कहन दा ही है ना, उन एवें यार ਉਹਦਾ ਮਤਲਬ ਹੈ ਨਹੀਂ ਨਾ, ਅਲਫਾਜ਼ ਤੇ ਬੜੇ ਫਿਰ ਮਾਇਨੇ ਹੁੰਦੇ ਨੇ ਨਾ। ਵੇਖੋ ਹੁਣ ਗੱਲ ਕਰਨ ਦਾ ਮਕਸਦ ਹੈ, ਅਗਰ ਮੇਰਾ ਤੁਹਾਡਾ ਕੋਈ ਗੱਲ ਤੋਂ ਇਖਤਲਾਫ ਹੋ ਜਾਂਦਾ ਵੇ, ਠੀਕ ਹੈ। ਇੱਕ ਮਿੰਟ ਦਾ ਬੰਦਾ ਨਵਾਂ ਆਇਆ, ਇੱਕ ਮਿੰਟ। ਅਲੀ ਅਕ ਭਾਈ ਅਸਲ ਵਿੱਚ ਉਹ ਮਾਵਰਤਨ ਨਾ ਆਮ ਜਿਹੜੀ ਜ਼ੁਬਾਨ ਹੈ ਉਸ ਵਿੱਚ ਕਹਿੰਦੇ ਨੇ ਯਾਰ ਇਸ ਬੰਦੇ ਨੇ ਝੂਠਾ ਕੁਰਾਨ ਚੁੱਕਿਆ ਹੈ, ਉਹ ਬੰਦੇ ਦੇ ਬਾਰੇ ਚ ਕਹਿ ਰਹੇ ਹੋ। हाँ बंदे दे बारे हुन तुसी एवें ना कटो अड्डियां। अच्छा जी, राजा साहब एक आए ने, राजा MM। ਨਹੀਂ ਰਾਜਾ ਸਾਹਿਬ ਆਪਣੇ ਬੰਦੇ ਨੇ ਅਫਜ਼ਾਲ ਸਾਹਿਬ ਕੌਣ ਹੈ? ਮੇਰੀ ਠੀਕ ਹੈ, ਤੁਮ ਕਰੋ ਗੋਲੂ। बड़ा भरा ये फिक्र ना करो। मैं कह रहा वहां कि मुफ्ती साहब ने अगर कसम दी है कि भाई मिर्जा कादियानी मुंडे ਉਹ ਜਿਹੜਾ ਉਹਨਾਂ ਆਖਿਆ ਬੁੰਡ ਮਰਵਾਉਣ ਦਾ ਉਹਨੂੰ ਸ਼ੌਕ ਸੀ, ਤੇ ਨਾਲ ਉਹ ਜ਼ਾਨੀ ਕਬਾਬੀ ਸਾਰਾ ਕੁਝ ਸੀ। ਉਹਨਾਂ ਤੇ ਕਸਮ ਦਿੱਤੀ ਨਾ ਕਿ ਹੈ ਸੀ, ਅਸੀਂ ਵੀ ਮੰਨਿਆ ਉਹ ਹੈ ਵੇ। ਅਗਰ ਇਹ ਕਾदियानी ਮਰਜ਼ਈ ਜਿਹੜੇ ਨੇ ਇਹ ਕਸਮ ਦੇ ਨਾ ਫਿਰ ਵੀ ਕੁਰਾਨ ਉੱਤੇ ਕਿ ਉਹ ਇਸ ਤਰ੍ਹਾਂ ਦਾ ਨਹੀਂ ਸੀ, ਉਹ ਸੱਚਾ ਵੇ, ਇਸ ਦੇ ਉੱਤੇ ਆਉਂਦੇ ਨਹੀਂ ਹੈ। ਮੁਫਤੀ ਸਾਹਿਬ ਨੇ ਕੁਰਾਨ ਝੂਠਾ ਚੁੱਕ ਲਿਆ, ਮੁਫਤੀ ਸਾਹਿਬ ਨੇ ਕੁਰਾਨ ਦੇ ਉੱਤੇ ਗਲਤ ਕਸਮ ਦੇ ਦਿੱਤੀ ਹੈ। कोई ना कोई सिर पैर है ना कोई। मैं कितनी देर तो गुफ्तगू सुन रहा वहाँ, आमद नज़ीर भाई की भी गुफ्तगू सुन रहा, उन्होंने भी पिट के मार गए ने कि अल्लाह दे बंदे अपनी गल ते कायम रहो। मोहम्मद दीन सियालवी साहब भी आए, उन्होंने भी यही आख्या, लेकिन इको जगह अड़ी हुई है, जिथे खलोती हुई है उत्थे ही खलोती हुई है। जिसले आन ना मेरा वीर ते इन्हां नूं कहो तुसीं भी कसम दिओ ना, तुसीं भी न्याय दिओ कि भाई तुहाडा नबी जिहड़ा वे झूठा दजाल कंजर कमीना ਉਹ ਸੱਚਾ ਹੈ। अगली वारी ना आमिर नज़ीर साहब तुसी ये उन्हां कोलों कसम लेनी है अगली वारी। है समझ लो, ये सारी गल्लां मैं नोट कापी रखी है। कैसर मलक भाई मेरा एरा हवाला अगर पढ़ा दियो मेहरबानी करो। कल नहीं जे पढ़िया नहीं ਉਹ ਨਹੀਂ कल मुर्जा वाल साहब नूं 5-6 महीने ही पै गए। ਪਤਾ ਨਹੀਂ ਪਹਿਲੇ ਸੁਣਿਆ ਜਾਂ ਨਹੀਂ ਸੁਣਿਆ। खुशू वाला ਖੁਸ਼ੂ ਤੇ ਖੁਜ਼ੂ ਵਾਲਾ ਉਹ ਬੜੀ ਵਧੀਆ ਨਹੀਂ ਉਹ ਤੇ ਸੁਣਿਆ, ਲੇਕਿਨ ਕਾਫੀ ਟਾਈਮ ਹੋ ਗਿਆ ਉਹ ਰਿਪੀਟ ਨਹੀਂ ਹੋਇਆ। ਤੇ ਇਹ ਜਿਹੜੇ ਸਾਹਿਬਾਨ ਨੇ ਇਸ ਲਈ ਕਾਫੀ ਮਤਲਬ ਹੈ ਜ਼ੌਕ ਵਾਲੇ ਬੰਦੇ ਬੈਠੇ ਨੇ। ਨੌਜਵਾਨਾਂ ਦੇ ਵੈਸੇ ਜ਼ੌਕ ਦੇ ਬਾਰੇ ਚ ਮਿਰਜ਼ਾ ਸਾਹਿਬ ਨੇ ਕਾਫੀ ਨਾ ਇਹ ਕੀਤਾ ਹੈ, ਪਰ ਜਿਸ ਵੇਲੇ ਇੱਕ ਤਰ੍ਹਾਂ ਦਾ ਖੁਸ਼ੂ ਹੁੰਦਾ ਹੈ ਕਿ ਨਮਾਜ਼ ਦੇ ਵਿੱਚ ਮੁਰਤਜ਼ਾ ਵਾਨ ਸਾਹਿਬ ਅਗਰ ਸੁਬਹ ਉੱਠ ਕੇ ਗੁਸਲ ਕਰਨਾ ਪਿਆ तो ਉਹਦੇ ਜ਼ਿੰਮੇਦਾਰ ਤੁਸੀਂ। ਅਸਤਗਫਿਰullah। ਅਸਲ ਨਵਾਂ ਮੈਂ ਕਾਫੀ ਟਾਈਮ ਪਹਿਲੇ ਸੁਣਿਆ ਨਾ ਹਵਾਲਾ, ਤੇ ਯਕੀਨ ਕਰੋ ਅਸਲ ਨਮਾਜ਼ ਵਾਲੇ ਖਲੋ ਨਾ ਤੇ ਧਿਆਨ ਆ ਜਾਵੇ। ਮੈਂ ਬੜੀ ਮੁਸ਼ਕਲ ਨਾਲ ਨਮਾਜ਼ ਪੜ੍ਹਦਾ। ਯਕੀਨ ਕਰੋ ਐਸਰ ਮਲਕ ਭਾਈ, ਮੈਂ ਕਿਹਾ ਐਸਾ ਬੰਦਾ ਤਹਿਰੀਰ ਲਿਖਦਾ ਕਹਿੰਦਾ ਸੀਰਤ ਮਹਿਦੀ ਦਾ ਹਵਾਲਾ ਨਾ ਲੈ ਕੇ ਆਓ, ਕਿਉਂਕਿ ਸੀਰਤ ਮਹਿਦੀ ਤੇ ਉਸਦੇ ਬੱਚੇ ਨੇ ਲਿਖੀ ਹੈ ਤੇ ਉਹ ਛੋਟਾ ਸੀ ਤੇ ਪਤਾ ਨਹੀਂ 15 ਸਾਲ ਦਾ ਸੀ ਜਿਸ ਵੇਲੇ ਅੱਬਾ ਜੀ ਫੌਤ ਹੋਏ ਨੇ ਮਿਰਜ਼ਾ ਸਾਹਿਬ। ਤੇ ਇਹ ਤੇ ਮਿਰਜ਼ਾ ਸਾਹਿਬ ਆਪਣੇ ਹੱਥ ਨੇ ਨਾਲ ਲਿਖ ਰਹੇ ਨੇ। ਕਹਿੰਦੇ ਕਿ ਜਿਸਲੇ ਨੁਤਫਾ ਜਿਹੜਾ ਅੰਦਾਮੇ ਨਿਹਾਨੀ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਹ ਅੰਜ਼ਾਲ ਯਾਰ ਯਕੀਨ ਐ ਮੈਂ ਲਾਣਾ नहीं औरतां बहुत बैठी है लेडीज ਨਹੀਂ Ladies का ਅੱਗੇ एहतराम। ਪਿੱਛੇ ਹੋ ਜਾਣ ਭੈਣਾਂ ਸਾਡੀਆਂ। नहीं लेडीज का एहतराम प्लीज बहुत ਨਹੀਂ ਯਾਰ जल्दी ਫਿਰ गल्लां ਇਹ ਗੱਲ ਕਰਨ
ਕਰਨ ਨਹੀਂ ਜਿਹੜੇ ਕਾਦੀਆਨੀ ਨੇ ਉਹ ਆਪਣੀਆਂ ਬੱਚੀਆਂ ਨੂੰ ਇਹ ਮਿਰਜ਼ਾ ਸਾਹਿਬ ਦੀ ਤਹਿਰੀਰਾਂ ਨਹੀਂ ਪੜਾਉਣਗੀਆਂ। ਪੜਾਉਣਗੀਆਂ ਕਿਉਂ ਨਹੀਂ ਪੜਾ? ਉਹ ਜ਼ਰੂਰ ਉਹਨਾਂ ਨੂੰ ਪੜਾਉਣਾ ਚਾਹੀਦਾ ਹੈ। ਬਹੁਤ ਜਿਸ ਤਰ੍ਹਾਂ ਗੰਦਾ। ਮਤਲਬ ਹੈ ਕਿਸੇ ਵੀ ਹੈ ਜੰਬਾ ਗਰੁੱਪ ਵਾਲੇ ਨੇ ਦੂਏ ਤਰੀਏ ਸਾਰੇ ਜਿਹੜੇ ਨਾ ਇਹ ਬਿਠਾਵਣ ਆਪਣੇ ਬੱਚਿਆਂ ਨੂੰ, ਜਿਸ ਤਰ੍ਹਾਂ ਇਤਫਾਲ ਦੇ ਵਿੱਚ ਉਹ ਆਪਣੇ ਲਜਨਾਤ ਦੇ ਵਿੱਚ ਬੈਠੇ ਹੁੰਦੇ ਨੇ ਮਿਰਜ਼ਾ ਮਸੂਰ ਸਾਹਿਬ, ਤੇ वो एक्सप्लेन करण के जब आपने इबादत के दौरान खुशू हासिल करना होता है तो वो बिल्कुल ऐसे होता है जैसे कि वो नुतफ़ा अंदामे नहानी। उन्होंने को मतलब पूछो प्यारे हुजूर आप बताएं कि ये नुतफ़ा और अंदामे नहानी किसे कहते हैं। ये मिर्ज़ा साहब इबादत के दौरान ये बयान कर रहे हैं कि ਇਹ ਉਹ ਤਰੀਕਾਕਾਰ ਹੈ ਕਿ ਜਿਸ ਨਾਲ ਤੁਸੀਂ ਖੁਸ਼ੂ ਹਾਸਲ ਕਰ ਸਕਦੇ ਹੋ, ਕਿ ਬਿਲਕੁਲ ਇਹ ਹੀ ਕਿ ਜਿਸ ਲਈ ਉਹ ਲਿਖਿਆ ਵੀ ਹੈ कि जब वो अंदामे नहानी में वो गिरता है, अगर वो रहम के अंदर वो अपनी जगह पकड़ ले तो इससे भी मुराद ये नहीं है। पता नहीं वो बड़ी तफसील है जी, ये लंबी। मेरे को सिर्फ 2 मिनट मेरे रहते, भाई 2 मिनट की इजाजत जी है। मूसा भाई सिर्फ 1 मिनट बात सुने कि नहीं, मेरे पास पहले 2 मिनट है, फिर आपके पास 1 मिनट है। सर 1 मिनट सर। नहीं, मेरे पास 2 मिनट है। मूसा साहब को टाइम थोड़ा है। मलिक भाई, मलिक इकराम साहब टाइम। सर माजरत ओके सर गो है। ਸ਼ੁਕਰੀਆ, ਬਹੁਤ ਮਿਹਰਬਾਨੀ। ਮੁਰਤਜ਼ਾ ਵਾਨ ਭਾਈ, ਤੁਹਾਡੇ ਤੇ ਰਾਤੀ ਜਿਹੜੀ ਖਫਗੀ ਖਾਧੀ ਏ ਸੈਣੀ ਸਾਹਿਬ ਨੇ, ਉਹਦੀ ਵਜ੍ਹਾ ਦਾ ਪਤਾ ਕੋਈ ਕੀ ਵਜ੍ਹਾ ਸੀ? ਦਿੱਲੀ 'ਚ ਹੁਸੈਨੀ ਸਾਹਿਬ ਇਹ ਕਹਿੰਦੇ ਨੇ ਕਿ ਬਿਲਕੁਲ ਮਿਰਜ਼ਾ ਸਾਹਿਬ ਦੇ ਜਿਹੜੇ ਕਿਜ਼ਬ ਨੇ ਔਰ ਉਹਨਾਂ ਦੀਆਂ ਬਦਿਆਨਤੀਆਂ ਨੇ ਔਰ ਉਹਨਾਂ ਨੇ ਜਿਹੜੇ ਕੁਫਰ ਕੀਤੇ ਨੇ। ਜੀ ਦੱਸੋ। ਨਹੀਂ, ਤੁਹਾਡੇ ਤੇ ਖਫਗੀ ਇਸ ਚੀਜ਼ ਦੀ ਖਾਧੀ, ਤੁਹਾਡੇ ਤੇ ਖਫਗੀ ਇਸ ਚੀਜ਼ ਦੀ ਖਾਧੀ ਏ ਜਦੋਂ ਤੁਸੀਂ ਸੈਯਦ ਦੇ ਬਾਰੇ ਜੇ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਤੁਸੀਂ ਕਿਹਾ ਨਾ ਕਿ ਮਲਕ ਟਰੰਪ ਵੀ ਹੋ ਸਕਦਾ ਹੈ, ਤਾਂ ਮਲਕ ਮਤਲਬ ਹੈ ਕਿ ਜੀ ਉਹਨਾਂ ਨੂੰ ਹੁਣ ਉਹ ਇੱਕ ਬੰਦਾ ਕਹਿੰਦੇ ਕਿ ਨਿਊਟਨ ਔਰ ਜਿਹੜੇ ਸਾਇੰਸਦਾਨ ਸਨ ਉਹਨਾਂ ਨੂੰ ਰਹਿਮਤੁल्लाह ਅਲੈਹ ਕਹੋ, ਤੇ ਆਪਣੇ ਹੁਸੈਨੀ ਸਾਹਿਬ ਮੰਨ ਗਏ ਨੇ ਕਿ ਠੀਕ ਹੈ ਜਨਾਬ, ਅਗਰ ਕਹਿਣਾ ਚਾਹੁੰਦੇ ਹੋ ਤਾਂ ਬੇਸ਼ੱਕ ਕਹੋ। ਇਸ ਤਰ੍ਹਾਂ ਦੀ ਗੱਲ ਇਹ ਹੈ ਗੱਲ ਕੱਟੀਏ, ਰਾਤੀ ਜਿਹੜਾ ਮਲਕ ਸਾਹਿਬ ਦੀ ਗੱਲ ਕੀਤੀ ਹੈ ਨਾ ਤੁਸੀਂ, ਉਸ ਵਜ੍ਹਾ ਤੋਂ ਉਹਨਾਂ ਨੇ ਖਫਗੀ ਖਾਧੀ ਹੈ। ਮੈਂ ਪੂਰੀ ਡਿਬੇਟ ਸੁਣੀ, ਪੂਰੀ ਰਾਤੀ ਗੁਫ਼ਤਗੂ ਸੁਣਦਾ ਰਿਹਾ ਵਾਂ, ਹੁਣ ਮੈਂ ਬਾਹਰ ਬੇਟਾ ਸੁਣ ਰਿਹਾ ਸਾਂ। ਮਾਸ਼ਾਅੱਲਾ ਬਹੁਤ ਖੂਬਸੂਰਤ ਕੰਮ ਹੋ ਰਿਹਾ। ਮਲਕ ਕੈਸਰ ਵਾਨ ਸਾਹਿਬ ਨੂੰ ਮੈਂ ਬਹੁਤ ਖਰਾਜੇ ਤਸੀਰ ਨੂੰ ਪੇਸ਼ ਕਰਨਾ ਵਾ। ਤੇ ਮਲਕ ਸਾਹਿਬ ਮੈਂ ਹੁਣ ਨੀਚੇ ਬੈਠਣਾ ਵਾ, ਇੱਕ ਸ਼ੇਰ ਸੁਣਾ ਦਿਆ ਜੇ, ਮਿਹਰਬਾਨੀ ਕਰਿਆ ਜੀ, ਜਜ਼ਾਕ ਅੱਲਾ। ਕਿਹੜੇ ਵਾਲਾ ਕੋਈ ਵੀ ਸੁਣਾ ਦਿਓ, ਤੁਹਾਡੇ ਕੋਲ ਢੇਰ ਸ਼ੇਰ ਨੇ ਅੱਲਾ ਵਾਲੇ, ਉਹ ਅੱਜ ਕੱਲ ਚੱਲ ਰਹੇ ਨੇ ਤੁਹਾਡੇ। ਉਹ ਜੀ ਮੂਸਾ ਭਾਈ ਦੀ ਫਰਮਾਇਸ਼ ਤੇ ਸੁਣਾ ਦੇਣੇ ਆ। ਇਹ ਮੇਰੀ ਆਪਣੀ ਗਜ਼ਲ ਹੈ। ਕਾਛੀਆਂ ਬਦਲੇ ਜਲਾਬ ਨਹੀਂ ਰੁਕਦੇ, ਕਾਛੀਆਂ ਬਦਲੇ ਜਲਾਬ ਨਹੀਂ ਕੋਈ ਨਹੀਂ ਨਾ ਰੁਕਦੇ। ਬੈਠਾ ਮਲਿਕ ਸਾਹਿਬ ਹੈ ਨਾ। ਨਹੀਂ, ਕਾਛੀ ਬਦਲ ਕੇ ਜਲਾਬ ਹੋ ਰਿਹਾ ਨਾ, ਉਸ ਵਿੱਚ ਤੇ ਕੋਈ ਗਲਤ ਗੱਲ ਥੋੜੀ ਹੈ। ਉਹ ਜਿਹੜੀ ਕਾਛੀ ਹੈ ਨਾ, ਉਹ ਬਦਲਣ ਨਾਲ ਜਲਾਬ ਨਹੀਂ ਰੁਕਦੇ, ਮੈਦੇ ਦੀ ਦਵਾਈ ਖਾਣੀ ਪੈਂਦੀ ਹੈ। ਇਹ ਤੇ ਮੈਡੀਕਲੀ ਸ਼ੇਰ ਹੈ। ਕਾਛੀਆਂ ਬਦਲੇ ਜਲਾਬ ਨਹੀਂ ਰੁਕਦੇ, ਕਜ਼ਾਬ ਨਹੀਂ ਲੁਕਦੇ, ਭਾਵੇਂ ਲੱਖ ਤੂੰ ਪਰਦੇ ਪਾ ਲੈ, ਦਾਈਆਂ ਕੋਲੋਂ ਢਿੱਡ ਨਹੀਂ ਲੁਕਦੇ। ਭਾਵੇਂ ਲੱਖ ਤੂੰ ਪਰਦੇ ਪਾ ਲੈ, ਦਾਈਆਂ ਕੋਲੋਂ ਢਿੱਡ ਨਹੀਂ ਲੁਕਦੇ। ਉਹ ਦਾਵੇ ਇੰਨੇ ਕਰ ਗਿਆ ਮਿਰਜ਼ਾ, ਦਾਵੇ ਇੰਨੇ ਕਰ ਗਿਆ ਮਿਰਜ਼ਾ, ਮਰਜ਼ੀਆਂ ਕੋਲੋਂ ਹਿਸਾਬ ਨਹੀਂ ਚੁੱਕਦੇ। ਤੇ ਕਲਿਆਂ ਬਹਿ ਕੇ ਮਾਰਨ ਬੜਕਾਂ, ਉਹ ਕਲਿਆਂ ਬਹਿ ਕੇ ਮਾਰਨ ਬੜਕਾਂ, ਆਮਰ ਜਾਵੇ ਕਾਲ ਹੀ ਨਹੀਂ ਚੁੱਕਦੇ। ਉਹ ਕਹਿੰਦੇ ਰਹਿੰਦੇ ਥੱਲੇ ਕਾਲ ਚੁੱਕੋ ਆਮਰ ਦੀ, ਕਾਲ ਚੁੱਕੋ ਆਮਰ ਦੀ। ਇਹ ਮੇਰੇ ਆਪਣੇ ਸ਼ੇਰ ਨੇ ਬਾਦਸ਼ਾਹ, ऐ नहीं कि मैं किसी को मेमन भाई आप कुछ कह रहे थे कि वो बच्ची हो तो क्या करेंगे? आपने माशाअल्लाह अगर ये बच्ची हो या बच्चा नाबालिग हो और ये पढ़े इस तरह, तो उसको किस तरह मजा आएगा, वो लफ्ज लेगा नमाज का, वो खुशू किस तरह हासिल कर सकेगा? दसो कैसे मलिक साहब। ये बहुत ही गलत हवाला है, बहुत गंदा हवाला है। एक दफा जनाब बताएं किसने लिखा है ये हवाला? ये जिस मिर्जा साहब ने लिखा है, लेकिन बहुत गंदा हवाला है।
ये हवाला मैंने लिखा है मिर्जा मसरूर साहब को खत, अच्छा बार बार लिख रहा हूँ कि ये हवाला भी काट दो। नहीं हवाला कट किस तरह दो, इसका मतलब है वो तारीफ करें मिर्जा साहब की हाँ। किताब में? हाँ ए काट दो बिचू। तो आपने किस हमदर्दी के तहत ये उनको मशवरा दिया है कि वो हवाला काट मतलब उन्हों दी बच्चियां पढ़दियां ने, औरतां पढ़दियां ने यार, ਇਹ ਬਹੁਤ ਗੰਦੀ ਗੱਲ ਕਸਮੇ ਲਿਖੀ ਹੈ। ਅਸੀਂ ਕੋਈ ਦੁਨੀਆ ਦਾ ਬੰਦਾ ਇਹ ਨਹੀਂ ਕਹਿ ਸਕਦਾ ਕਿ ਇਹ ਕੋਈ ਸ਼ਰੀਫਾਨਾ ਚੀਜ਼ ਲਿਖੀ ਹੈ। और वो मिसाल किस चीज़ नाल दे रहे ने कि अगर इबादत दे विच खुशू खुजू करना है, या उस नाल मिसाल इस तरह दी दे रहे ने कि ये अजीब है जी, अगर हवाला तुम बड़ा नहीं ने कीता वो पढ़ो तो तुहानू मतलब है इस तू खौफ आए कि मिर्जा साहब दे दिमाग दे विच जिस तरह मुफ्ती बख्शी शाह साहब दस रहे ने कि जी वो मोहम्मदी बेगम नू जफा पा लिया सी ख्वाब दे विच मिर्जा साहब ने, ये हर वेले दिन रात हमेश कहा के और उन्होंने तहरीना विच गल झलक रही है और बार बार नुतफा इंदामे नियानी और अंजाल पकड़ गया। अंजाल पकड़ मतलब है कि वो उनके कमा यार। मलिक साहब आपकी गलत फहमी, अगर मिर्जाई किताब पढ़ रहे होते तो ये मिर्जाई होते। अक्ल होंदी ते फिर ते ना होंदे। अक्ल बड़ी ਜ਼ਰੂਰੀ ਹੈ। ਤੁਸੀਂ ਦੇਖ ਨਹੀਂ ਰਹੇ ਹੋ ਬੰਦਾ ਇੱਥੇ ਬੈਠਾ ਹੈ, ਕੁਰਾਨ ਚੁੱਕੋ ਜੀ, ਕੁਰਾਨ ਚੁੱਕ ਲਿੱਤਾ, ਹੁਣ ਜੀ ਝੂਠਾ ਚੁੱਕ ਲਿੱਤਾ ਹੈ ਜੀ। मतलब यार उन बस कर दो खुदा दा वास्ता। कितनी बड़ी बात है मलिक साहब, अगर कुरान में मेरे सामने चोर ने भी अगर कुरान चुक लिया ना तो समझो मैंने को सरेंडर हो जाना है, खत्म। हाँ, और दूसरी बात ये कि कुरान उठाने के बाद उसे चाहिए था, कहता कि जी मुझे हवाला नंबर दें जी, ठीक है, मैं रात को इसको बैठ के स्टडी करूंगा, मैं कल आपसे रब्ता करूंगा, क्योंकि ये दीन का मामला है, ईमान का मामला है। अगर हवाला झूठा हो तो ठीक है भाई, तू बेशक ना मान, अगर ते हवाला सच्चा है तो फिर ते भाई जी तुम्हें रुजू करनी चाहिए ना, और इस गंदे अकीदे को छोड़ देना चाहिए। रखा भी कुछ भी नहीं है, बिल्कुल कुछ नहीं रखा हुआ। मलिक साहब अगर मुझे पता है कि बंदा एक शख्स से मिसाल के तौर पे दे रहा हूँ, मैं शख्स से कि झूठा मैं हलफ दे रहा हूँ, उठा लेगा, तो मेरे ऊपर ये है कि मैं गुनहगार होऊंगा, मैं हलफ लेने वाला, पता है आपको? मैं हलफ लेने वाला, मैं ज्यादा गुनहगार हो जाऊंगा उससे हलफ लेने वाले से। बिल्कुल। और ऐसे मैंने अपनी आंखों से देखा है, जिरगों में, खास तौर पे पठानों में ना, जिरगों में लोग कत्ल माफ कर देते हैं इसके पीछे, कहते हैं हलफ दे दे, हलफ देता है वो कहता है माफ, उधर ही आंखें झुका देते हैं अपनी, खत्म। बिल्कुल कहते हैं अब इसका मामला अल्लाह के साथ बस खत्म हो गया। बस उन लोगों में गैरत होती है ना, ईमानी गैरत होती है, इनके अंदर ये अला काम जरा मुका गया है। अगर मेरे साथ कोई ऐसे करता, मिसाल के तौर पे अल्लाह ना करे मैं किसी ऐसी जगह फंस जाता, मेरे साथ कोई होता हूँ भाई, जब लिखा हुआ है ना, या उस चीज पे ईमान लाता, कहता जी बस लिखे है ना तो मैं इस पे ईमान लेके आना, तो या मैं रिजू करता। मैं बताता हूँ मैं आपको, 99% तो आप इस तरफ जाते ही नहीं, हलफ की तरफ, ये भी बता दूं मैं। ये भी बात है, बिल्कुल। बहुत सारे लोग ना फांसी माफ कर देते हैं। इतना तो तजर्बा, जी इतना तजर्बा तो है कि आप इस तरफ जाते भी नहीं, क्योंकि ये हमारा लेवल ही नहीं है। या अल्लाह पाक खैर कर। और उतू मजे दी गल सारी कादियानी का दावा भी नहीं दिखा सकते। वो एक पासे दावा कर रहे, एक पासे इनकार, एक पासे दावा। वो आमीन नज़ीर अली बात बड़ी ज़बरदस्त था कि नबी पाक सल्लल्लाहु अलैहि वसल्लम की हदीस दजाल और कज़ाब वाली। दजाल क्या हो, कौन होगा? दजल क्या होता है? यही दजल होता है कि झूठ सच इतना मिक्स कर दो कि लोगों को समझ ही ना आए कि मैं क्या कह रहा हूँ। यही बात उसने की, यही बात उसने जलेबी पा दो कोई भी ऐसी गोल मोल। यही बात अब अगर आप मुर्तजा साहब से पूछे तो मुर्तजा साहब सही बता के थे, और हकीकत इस्लाम के सॉरी इलाम जो होते थे वो मोहल्ले की औरतें फैलाया करती। बात तो वो सही है, बिल्कुल सही है, बिल्कुल सही बात है। और वो कहते हैं कि जनाब जब होने लगे ना मुझे जगा दो,
रही होगी या बंदे ने कांपना शुरू कर दिया या जो कुछ भी माहौल बनाते थे मिर्ज़ा साहब ना, तो अब वो उनको क्या पता चलता था कि जनाब ये बात जो बताई जा रही है मिर्ज़ा साहब को खुदा इनको बता रहे वो पूरी हो चुकी है या नहीं। अब आधी हुई है, कितना मैसेज देना था, कितना हो चुका है। तो जनाब उठो जी मिर्ज़ा साहब उठो, और वो कहते हैं कि किसने उठाया है? वो कहती है मैंने उठाया है। कहते हैं कल तुम्हारा ही पहले पैर पैरा लगाऊंगा, तुम्हारी बारी है। मतलब है पहले दिन 2 औरतें थी, अगले दिन वो अकेली रह गई क्योंकि तुमने जो उठाया है। वो लिखते क्या थे इसी तरह अधूरी। इसका मतलब है वो में इस तरह बातें फैलाते 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 तो ये तो वो बातें लिख गए हैं कि हमें पता चले कि जनाब इनके ये थे, मतलब है उनके कारनामे थे मिर्ज़ा साहब के। और मतलब वैसे भी जहालत का दौर तो था ही ना, अगर देखा आज जनाब आज रात वो तो मैंने था ही उठाया ना। था, मिर्ज़ा साहब ਨੂੰ ਇਲਹਾਮ ਹੋਇਆ ਸੀ ਤੇ ਇਸਨੇ ਕਿਹਾ ਤੂੰ ਉਠਾ, ਤੇ ਉਹ ਕਹਿੰਦੀ ਸੀ ਨਹੀਂ ਤੂੰ ਉਠਾ, ਤੇ मैं तो उठाता। मिर्ज़ा साहब ने अगले दिन मेरे को खिदमत लाई, मैं पैर दबाते, और लिखा हुआ है उस हवाले में कि रात 12-1 बजे के बाद इलाम शुरू होते थे, पक्के टाइम जब सब सो जाते थे और वो जाग रही होती थी। और वो फिर जनाब जब बात की बात नहीं बनती, उस चीज़ की जवाब नहीं बनता, तो गालियां दे के जनाब मुर्तज़ा साहब जब सुबह उठते हैं तो जनाब इनकी चारपाई के नीचे लाम पड़े होते हैं और फलान है और ये है और तेरी माँ दी तेरी भैन दी। और ख़ुद बात करें कि मिर्ज़ा साहब की मतलब है शहावत को जुम्बश होती है तो वो ठीक है। जब हम बात करें कि वो जब पाँव दबाती थी तो मिर्ज़ा साहब को कोई हरकत होती थी तो हम कहें तो जनाब हमें गालियाँ देना शुरू हो जाते हैं। नहीं, वही कहते हैं कि आप वो कर रहे हैं, शातमियत कर रहे हैं या मेरा झूठ बोल रहे मिर्ज़ा हैं, साहब की बेइज्जती कर रहे हैं। जबकि हम किताब से पढ़कर, हाँ जी हम तो किताब से पढ़कर बात कर रहे हैं, मतलब आप गालियाँ देते हैं। इसकी बात करो ना, गालियाँ ना दो, उसका जवाब दो। जवाब अब ये सही बंदे नहीं ना। बैठे हुए थे, उन्होंने जनाब मुफ्ती साहब से पहले कहा, मुफ्ती साहब ने कहा तुम्हारी पसंद के कुरान करीम में से जनाब मैं कसम उठाता हूँ, तो अब इस बात का जवाब दो। तो लेकिन वो जनाब अब ज़ाहिर है फिर यहाँ बैठ के उन्हें की मजबूरियाँ हैं कि वो दिल में तो जानते हैं कि जनाब ये बात जो है वो हमारे हमसे सिर्फ ये चंदा लेने की एक तरकीब है कि हमें इस रौले में डाला हुआ है इन्होंने, तो बाकी अंदर है कुछ नहीं। वैसे मुर्तज़ा 80% इनके जो मिर्ज़ाइयत है ना पहचान चुकी है इनको। ऐसे ही ऐसे ही सिर्फ मिर्ज़ा मसरूर की मौत देखें आप, देखें ज़िंदगी मौत अल्लाह के हाथ में कब आनी है वो किसी को नहीं पता। जिस दिन ये मौत जाएगा ना उस दिन आप अंदाज़ा कर लें जमात का शेरा बिखर चुका होगा, कंट्रोल बिखरा हुआ है जी, क्योंकि सामने आके मजबूरियाँ की वजह अभी से- भी है, अभी भी है, वो वक्त और बताएगा। मजबूरियों की वजह से मेमन भाई लोग सामने नहीं आते, वरना हर घर में मुख्तलिफ किस्म के अकीदे हैं मिर्ज़ा साहब के हवाले से। बच्चे कुछ मान रहे हैं, जो बाहर मुल्क में हैं वो कुछ मान रहे हैं, पाकिस्तान वाले कुछ मान रहे हैं, और कुछ कह रहे हैं कि जनाब वो बस ऐसे ही बुज़ुर्ग थे, कुछ कह रहे हैं जनाब मैदी थे, कुछ कह रहे हैं कि जनाब वो इस्तारा के रंग में। नहीं, आप ये देखो ना मुर्जा अमान साहब, शेख मोहम्मद साहब जो दुनिया में जब तशरीफ लेकर आए 1150 आई थिंक बनता है इनका एरा, 1100 सन 1100 में कहीं ये आए थे, ठीक है, 1150 से 60 के दरमियान। तो उसके बाद इनकी वफात हुई है कोई 1220-30 के करीब, ठीक है। अब मिर्ज़ा कादियानी का अगर मुकाबला कर लें, चलो बिलफर्ज माल, मिर्ज़ा कादियानी ने लिखी हैं 85 किताबें, वो खींच तरू के। इब्नुल अरबी ने लिखी है 400 बुक्स, ठीक है, 400 किताबें। अब इब्नुल अरबी की जो फॉलोइंग है या जो उनको मानते हैं स्पेनिश मुसलमान जितने भी हैं ना, वो सारे इनके मुरीद हैं। ये तुर्की का पूरा इलाका, फिर उसके बाद ये स्पेनिश कंट्री असास। जब ये तुर्की का निज़ाम चल रहा था तो तब वो बुजुर्गों के तौर पे लिए जाते थे, उनसे लिए जाते थे, बिल्कुल। अब देखो कितने मशहूर बंदे, कितनी किताबें लिखी, कितना काम किया। उनकी एक किताब अल फतुहात अल
किया عربی میں، اس کو میں اردو کی ٹرانسلیشن میں نے اس کی کافی حد تک پڑھی، بڑی مشکل کتاب ہے لکھنے میں۔ مرزا قادیانی ان کے مقابلے میں ان کی جوتی سے بھی نہیں ملتا، اتنی مطلب زبردست قسم کی ان کی تحریرات ہیں، انگلش میں بھی ہیں، اردو میں بھی ہیں، بہت ساری زبانوں میں، اسپینش میں بھی ہیں، لیکن زیادہ انہوں نے عربی میں لکھا، بہت ساری زبانیں بھی وہ جانتے تھے۔ ٹھیک ہو گیا۔ اور اب اتنا کچھ لکھنے کے بعد انہوں نے آخر میں کوئی دعویٰ نہیں کیا، کوئی کچھ نہیں کیا، بس اپنا نمبر تھا ان کا، انہوں نے دین اسلام کی خدمت کی، کچھ لوگوں نے ان سے اختلاف بھی کیے، کچھ نے ان کو مانا بھی، لیکن ایک بات طے ہے کہ ان کی کتاب پڑھنے کے لیے آپ بغیر استاد کے ان کی کتاب پڑھ ہی نہیں سکتے، اتنی مشکل لکھی ہوئی ہے، مطلب سمجھ ہی نہیں آتی آپ کو بات کی کہ یار یہ کیا بات کر رہے ہیں۔ ان کو سمجھنے کے لیے آپ کو استاد کی ضرورت ہے ان کی کتاب کو، لیکن انہوں نے کوئی دعویٰ تو نہیں کیا کہ میں ابھی جناب نبی ہوں تو یہ ہوں تو میں اب میرے پہ الہام ہو گیا یا کشف آ گیا اور میں جناب مامور من اللہ ہو گیا ہوں اور جی ان منو منو۔ یہ میری بات یہ صحیح ہے، باقی وہ غلط ہے، واقعی غلط ہے، یا انہوں نے کو کہا ہو کہ میں جو کہوں گا وہی صحیح ہے، دعا جو کہے گا۔ اپنی انہوں نے خدمت کی دین کی جتنی کر سکتے تھے، اپنے وقت پہ وہ فوت ہو گئے۔ اس کے بعد اولیاء کرام کی ایک لمبی فہرست ہے، ڈھیر لگا ہوا ہے۔ اب آپ یہ دیکھیں کہ طاہر القادری صاحب نے میرے خیال کو 250 کتاب لکھ ماری ہے، ان کی فالوئنگ دنیا کے کونوں کونے میں بھی پھیلی ہوئی ہے۔ انہوں نے کوئی دعویٰ کر دیتا ہے کہ میں جناب ہوں نبی ہوں، میں رسول ہوں، آؤ جی منو منو، نہیں منو گے تو یہ سارے کافر ہو جاؤ گے۔ ایسے دین اسلام کی خدمت، ہاں ہاں، دین اسلام کی خدمت کرنے والے بہت سے اولیاء آئے۔ آپ باری باری اگر اولیاء کرام کے کردار پڑھیں تو انہوں نے اپنے وقت میں بہت ساری خدمات کی، کتابیں لکھی، قرآن پاک کے ترجمے کیے، پیر مہر علی شاہ صاحب کو دیکھیں کتنے بڑے بڑے انہوں نے، ہم آگے ان کی آگے اولادوں کی بات نہیں کر، ان کے اپنے ذاتی کردار کی کیا کیا انہوں نے کیا، جو بڑی بہت سارے نیک بندے آئے اللہ کے، انہوں نے بڑا بڑا کام کیا، اور اس نے کچھ بھی کام نہیں کیا جتنا انہوں نے کیا۔ ملکوں کے ملک ان کے فالوور ہیں، پورے پورے ملک، ادھر چونگے تو 10,000 فالوور نے دکھا پائی دیے۔ جی اچھا ملک صاحب، ان قادیانی سے پوچھا کہ مرزا صاحب نے کیا کیا دین کے لیے، کیا کیا یا انسانیت کے لیے، تو کچھ جواب نہیں ہے ان کے پاس، بلکہ میں آپ سے پوچھ لوں، آپ بتائیں، آپ بھی جواب نہیں دے سکیں گے اگر آپ انسانیت کے لیے یا دین کے لیے کوئی کام کیا ہے؟ یہ مرزا غلام قادیانی انسانیت کے معیار پر، انسانی معیار پر بھی پورا اترتا ہے۔ ہاں، اور جرأت اصل میں شروع میں نا یہ وہ بھی کہتے ہیں ڈاکٹر اسرار صاحب بھی، شروع میں لوگوں نے ایک دیکھ کے نا کہ جی ایک بندہ لکھنے والا ہے، اسلام کی وہ باتیں کر رہا ہے، قرآن پاک پڑھ رہا ہے، شروع میں دیکھ کے بندہ متاثر ہو جاتا ہے، کچھ 2-4 بندے متاثر ہوتا ہے، دماغ خراب ہو گیا، انسان کو ہو جاتی ہے، ہاں اس کا دماغ خراب ہو گیا، انسان کو ہو جاتی ہے۔ وہ کہتے ہیں کہ جی مسیح موعود نے نا کسر صلیب کرنا تھا کیونکہ عیسائیوں کے عقیدے کو رد کرنا تھا، تو مرزا صاحب کی موجودگی میں اس وقت زیادہ کرسچن تھے یا ان کے موجودگی میں یا بعد میں ہوئے؟ ہاں وہ جی تعداد ان کی بڑی ہے، کم نہیں ہوئی، ہاں تعداد ان کی بڑی ہے، بالکل بڑی ہے۔ اور جن جو معاملات مسیح موعود کے عیسیٰ ابن مریم علیہ السلام کے آنے سے ہونے تھے، وہ تو اب ان کے مرنے کے بعد بھی کچھ نہیں ہو رہا۔ جنگ عظیم مرزا صاحب کے جو ہوئی ہے وہ فوت ہوتے ہی ہوئی، پھر جنگ عظیم دوم بھی ہوئی، اور حالات اس قدر دگر گوں ہوئے دنیا کے کہ وہ تو عیسیٰ ابن مریم کے آنے سے تو ریل پہل ہو جاتی ہے، اور جناب اس میں کوئی ایسا نہ رہتا کہ جس کو کوئی زکوٰۃ بھی لے۔ تو یہ کیا معاملات پیدا ہوئے کہ دنیا اور خرابی کی طرف چلی گئی؟ ہاں بالکل ایسے ہی۔ اب وہ تیسری ورلڈ وار رکانے کے لیے مرزا مسرور نے وہاں جناب پریڈیں نکالی، ادھر لوگوں کو بھیجا، وہ ایسی پریڈیں پروڈیں احتجاج، ذرا کھل کے کدھرے کہن نا، ذرا ان کے سسٹم کے اوپر ذرا جی بات کرے نا کہ تمہارے سسٹم میں یہ، اگلے لت مار کے چک کے باہر سٹن گے، یہ لو یو آئی لو یو پھول دے رہے ہیں، ان چیزوں سے تو ان کو کوئی فرق نہیں پڑتا۔ نہیں ہوگی تو مرزا کا تو اعلان بھی جھوٹا ہو جائے گا، مرزا صاحب جھوٹے ہو جائیں گے۔ وہ ہر بات میں جھوٹ ہی جھوٹ ہے، ہر بات میں جھوٹ۔ یہ لوگ پھر بھی ان کو عقل نہیں نہ پکڑتے، اب یہ کہتے ہیں جی مسجدیں بنا رہے ہیں، آپ یقین کریں میں نے خود بنائی ہے، مجھ سے زیادہ کون جانتا ہے جو اس پروسیس سے گزرا ہے،
चर्च यहाँ पे मिल रहे होते हैं, ठीक है जी, चर्च। बिल्कुल। अच्छा, अब सिस्टम क्या है कि यहाँ पे, हालांकि इनकी तो पूरा सिस्टम है इनका, तो हमारा तो सिस्टम भी नहीं है। ऑक्शन होती है। अब आपको पता है कि चर्च किसी के बंदे के किस काम का, उसको कोई नहीं खरीदता। ये धड़ाधड़ उसकी ऑक्शन करते हैं, कोई ले लो, कोई ले लो, कोई ले लो। वो ज़ाहिर बात है, बोली गिरते गिरते गिरते, वो अगर उसकी कीमत कोई $1 मिलियन है ना, वो गिरते गिरते $3-4 3-4 लाख डॉलर पे आ जाती है। ठीक हो गया। अब जनाब अली, आपने वो बोली में कुछ 10% डाउन करके ना, या 20% डाउन करके आप उसको खरीद सकते हैं। इससे कम में भी डाउन पे भी मिल जाता है। अच्छा जी, आपने अब वो खरीद लिया। उसके बाद आपने जब लेना है तो पहले एक कॉर्पोरेशन बनानी है जो ये प्रूव करेगी कि हम नॉन प्रॉफिट ऑर्गेनाइजेशन है। नॉन प्रॉफिट ऑर्गेनाइजेशन, क्योंकि आप उसे कोई कमा तो नहीं दे, आपने तो फ्लाई काम के लिए लेना है। जैसे ही आपकी वो कॉर्पोरेशन जो उनसे रजिस्टर होती है, तो साथ ही उसका जो टैक्स है ना, वो फारग हो गया। यूटिलिटीज़ आपकी फारग हो गई, मतलब वो ऑलमोस्ट फ्री हो जाती है, इतने कम रेट पे आ जाती हैं। यानी कि मेरे अभी मस्जिद का जो बिल है ना बिजली का, $12 आया है। $12 बस। हालांकि AC चलते रहे, हीटिंग चल रही है, सारा कुछ, $12। पानी का बिल $3। इस तरह मतलब यूटिलिटी आपकी बिल्कुल नीचे चली जाती है। टैक्स आई कोई नहीं, मतलब प्रॉपर्टी टैक्स जो है वो भी वेव हो जाता है। ठीक हो गया। अब पैसे डाउन कितने किए आपने? $10-15,000। उसके बाद अगर आप हकीकत में, अल्लाह माफ़ करे, अगर आप कमाना चाहें ना तो उल्टा हो, कमा सकते हैं। क्यों? क्योंकि आप उधर एक बक्सा रख दो, हाँ जी चैरिटी करो जी, जो बंदा, और लोग ऐसे ऐसे हैं जो मस्जिद का नाम सुन के 20-30-40,000 भी दे जाते हैं। लोगों ने लाख $1 दिए भी हैं। अच्छा, उसके बाद आपका इंटरेस्ट हो गया माफ़, क्योंकि नॉन प्रॉफिट ऑर्गेनाइजेशन है, टैक्स ख़त्म हो गया। अब आगे रह गई सीधी सीधी मॉर्गेज। $3-4 लाख की अगर आप चीज़ लेते हैं ना, उसमें से टैक्स, इंश्योरेंस, ये सारी चीज़ें निकाल दें, तो उसकी मॉर्गेज बनेगी कोई 2200-2400 महीने की। ठीक हो गया। अब ज़ाहिर बात है, उसमें मस्जिद आ रहे हैं, नमाजी आ रहे हैं, ये वो, कोई ना कोई अल्लाह का बंदा कहता है कि पा जी गल सुन मेरी, इन्ना पोर्शन मॉर्गेज का मैं दे दूंगा। जैसे मेरे ही एक दोस्त है, जब मैंने ये मस्जिद बनाई, उसने कहा यार कितनी मॉर्गेज बन रही है? मैं कहा 2200-2300। तो 4-5 बंदे ऐसे आए जाके कहते हम दे देंगे। मैं कहा भाई इतने बन रहे हैं, मेरे समेत मिला के 6-7 बंदे जस्ट, तो वो 2-300 करके ना हम उसकी मॉर्गेज पे कर देते हैं। अभी पे ही कर रहे थे कि एक हमारे यहाँ पे भाई हैं, उनका अपना बहुत बड़ा स्लाटर हाउस है। उन्होंने कहा यार मॉर्गेज के देनी, मैं तुम्हारा ये लोन ही पे कर देता हूँ। कितना है? मैं 1 लाख 1.5 लाख जो है ना वो मैं पे कर देता हूँ। वो मॉर्गेज और थल्ले आ गई। तब कहने का ये है कि चर्च खरीद के मस्जिद में कन्वर्ट करने में कोई दिक्कत नहीं है, इंतहाई आसान काम है। और कई चर्च ऐसे हैं, हम तो देखते हैं आबादी के लिहाज से, अगर यहाँ पे अमेरिका में हमारी कोई मस्जिद बनेगी तो वो पहले देखेंगे यार यहाँ कम्युनिटी है क्या, यहाँ ज़रूरत है, या एवं बना दी है, ज़रूरत होगी तो बनाएंगे। अब ये लोग ज़रूरत नहीं देखते, क्यों? इन्हें पता है कि जी साडा जड़ा है ना मसीह माओ तो मनने वाला दूर भी आ जाएगा। ठीक है ना, इसलिए इनको और सस्ता मिल जाता है। अगर जो चर्च हमने ऑक्शन के ऊपर $3 या $4 लाख का लिया है, अगर हम अपने यानी कि न्यू जर्सी में रहते हो, यहाँ से हट के किसी जगह पे लेते ना, 50,000 का भी मिल जाना सी, 40 का भी मिल जाना, कई जगहों पे मुफ्त मिल जाते तो हैं। वो आपकी जरूरत नहीं है ना, वो जरूरत की जगह नहीं है। लेकिन हमारी तो वो जरूरत की जगह नहीं। जमात की प्रॉपर्टी बनती है, जरूरत की जगह। हाँ जी जी, जमात ये जमात की प्रॉपर्टी बन रही होती है। जी जी, जमात की प्रॉपर्टी बनती हमारी है। और मस्जिद है, जमात मतलब किसी की प्रॉपर्टी नहीं बनती है। बिल्कुल, ऐसे ही है। हमारी किसी की प्रॉपर्टी नहीं बनती। बिल्कुल, जैसे ही वो प्रॉपर्टी बंदा किसी की नहीं है। वो हाँ वो नॉन प्रॉफिट ऑर्गेनाइजेशन रहेगी, बेशक वो किसी एक बंदे के नाम पे होगी, कोई एक बंदा उसका रिस्पॉन्सिबल तो होगा, लेकिन अगर वो उसको ट्रस्ट में कन्वर्ट कर दे ना, तो जब वो मरेगा तो वो ट्रस्ट कायम रहेगा। भले 10 बंदे मरते जाएं, चेंज होते रहते हैं ना। ट्रस्ट ही चेंज होते रहते हैं। वो ट्रस्ट किसी दूसरे बंदे के नाम, तीसरे चौथे पांचवें छठे के नाम चला जाता है। इनकी जो मस्जिद होती है ना, ये बेसिकली ये फुदू मरज़ई कि नमाज तुमने पढ़नी नहीं होती, सारा दिन तुसी टैक्सी बांधे हो, ठीक है, या तो तुसी 5 टाइम उत्थे नमाज पढ़नी हो। कौन जाता है यहाँ मस्जिद में नमाज पढ़ने?
हो सकता है Mostly- कैसर भाई के 2-3 फैमिलियां 4 फैमिलियां हो उस एरिया में और वहां वो बना देते हैं कुछ जगह लेके ना हाँ। property, और जब वहां होता इनकी ही कोई नहीं है। बिल्कुल ऐसी जब इनकी मस्जिद बन जाती है फिर उसके बाद ये ऐलान कर देते हैं हाँ जी सस्ते चंदा दो। मैं यकीन के साथ कह सकता हूँ जितने के फुदू ने जितने की ये फुदू हैं अगर ये मस्जिद लेते हैं ना $5 लाख की तो 6-7 इन्हों को इकट्ठा हो जाता है। वो 2 लाख उल्टा प्रॉफिट में जा रहे होते हैं क्योंकि इनके ये फुदू है, इनका ज्यादा दिमाग तो काम करता नहीं। ज्यादा डबल डबल जब डबल वसूल करते हैं। चर्च जब खरीदे ना अपना कैसर मलिक भाई, तो उसमें एक और आसानी ये होती है कि वो भी प्लेस ऑफ वर्शिप होती है, इबादतगाह होती है पहले से। जो परमिशन चाहिए होते हैं ना एक इबादतगाह के लिए वो ऑलरेडी उस प्रॉपर्टी के अंडर आए हुए होते हैं। कार पार्क के लिए दाएं बाएं की जो आबादी है उसको उससे कोई मसला नहीं है। और भी चीज़ें जो हैं जो एक इबादतगाह किसी जगह हो तो उसके लिए वो जो भी परमिशंस चाहिए होते हैं जो इजाज़तनामे, तो वो फिर वहाँ मतलब है एक इबादतगाह की जगह दूसरी इबादतगाह आ गई, बिल्कुल तो उसमें कोई मसला नहीं होता। वो बड़े ये भी यूटिली आसान बड़े फायदे हो जाते हैं। आप यकीन करें आमिर भाई अस्सलाम वालेकुम, आप यकीन करें कि ये कई लोग ऐसे होते हैं ना कि जैसे उस दिन हमारे इधर एक बंगाली भाई था वो आया तो मैंने उस टाइम अपने बेटे से कहा, मैंने कहा वो अंकल के साथ जाओ ना तो मेरे कार्ड भी गाड़ी में पड़ा है तो पानी की बोतलें ले आना। वो कहता ठहरे ठहरे मेरी बात सुने। मैंने कहा नहीं यार पानी क्रेट यहाँ ला के रख दे। वो गया जनाब को 20-25 क्रेट पानी से चुक के ले आके रख दिया उसने, ये लो नैपकिन ला के रख दी। ये चीज़ें लोग देते रहते हैं। तो ये कोई सच्चाई की दलील बिल्कुल भी नहीं है कि ये ऐसी मस्जिद हमने यहाँ एक पब लिया है। आमिर हक भाई अस्सलाम वालेकुम। परमिशन चाहिए होते थे। अस्सलाम वालेकुम आमिर नज़ीर साहब। जी जी आमिर भाई शायद बिजी हैं, एक आध जुमले की 2 जुमले में यार मैं कह ज़रा दूं एक अपना पैगाम प्लीज। लेके आया था छोटा सा। जी तो वो ये है कि हमने 3 महीने में 12 हफ्तों में 4 लाख पाउंड जमा किया जी अपना कैसे अच्छा आमिर भाई ये और उन वरियाम 4 की लाख में हमने वो पे ऑफ कर दी, पूरी प्रॉपर्टी पे ऑफ कर दी है। मुर्तज़ा भाई जरा सुनने दें क्या बात है। जी अच्छा ये वरियाम की ब्रॉड पे एक बंदा आया है, उसने दावा किया है कि वो ईसा इब्न मरियम में अगर ज़ियारत करनी है तो आ जाएं। वो वही होगा गुलाम अहमद सबाहुद्दीन वही है। नहीं ये नया बंदा है, कोई कैलिफोर्निया का है। ते आज जो साहबा बनना है थे। सही है भाई सही है। बंदा दावा कर दे फिर उधर वो की ना है यार वो वो यंग आला या हज़रत मुलहम ते नहीं है जेड़ा मुफ्ती साहब ने उसकी गल हुई है, पता नहीं उसका नाम क्या है। आमिर भाई दूसरे मोबाइल से दिखाओ ना हमें। बस आ जाओ जल्दी ना, वो मोरजात जड़े ने वो खोली पिया। और पिछू लाजमी कादियानी होएगा। मैं तो पैगाम देन आया सी बई साडी जिंदगी जी ਜਿਹੜੀ ਹੈ ਸਾਨੂੰ ਜ਼ਿਆਰਤ ਹੋ ਗਈ ਹੈ। क्या बात। ਇਹ ਟਾਈਫਾਈਡ ਤੋਂ ਬਾਅਦ ਨਾ ਮਿਰਜ਼ਾਈਆਂ ਨੂੰ ਇਸ ਤਰ੍ਹਾਂ ਦੇ ਨਾ ਇਲਾਮ ਤੇ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ। ਫਿਰ चलो ठीक है आमिर साहब। ਮਿਹਰਬਾਨੀ ਜੀ, ठीक है। ਮਿਹਰਬਾਨੀ ਖਬਰ ਦੇਣ ਦਾ आमिर हक भाई आए हैं लेकिन बात ही नहीं कर रहे हमारे साथ। जी अस्सलाम वालेकुम प्यारे भाई, कैसे हैं सब? वालेकुम सलाम आमिर हक भाई, क्या हाल है? माशाल्लाह जिंदाबाद, खुश रहें, सलामत रहें। मैंने देखा, मैंने कहा हाजिरी लगाऊं, सलाम दुआ करूं। कैसे हैं सब? खैरियत से हैं? अल्लाह का बड़ा करम है, आप थोड़ा लेट आए हैं, पहले आते तो इधर बड़ा अच्छा एक हंगामा बरपा था। अच्छा किस चीज़ में हंगामा है? क्यों बर्फा? प्लम्बर की दुकान से। हाँ क्या हंगामा था जी? अल्लाह खैर करे। कुछ 4-5 मजदई आ गए तो वो हमारे मुफ्ती मुबशर साहब से कहते हैं कि कुरान उठाओ, आपने जो किताब लिखी है ये सही है। आपने जो किताब मुफ्ती लिखी है वो साहब ने सही है? किताबें लिखी ना मिर्जा कलाम कादियानी के वो जानी भी था, वो शराबी भी था, वो सारे इस तरह के मुख्तलिफ टाइटल हैं उन किताबों के ना। मेरे साहब की किताबों से ही हाँ किताबों से ही। तो कादियानी सारे इकट्ठे होके आ गए 5-6 तो कहते मुफ्ती साहब कुरान उठाएं, या आमिर भाई को कहते हैं कि आप उठाएं। तो फिर असी चुक देता। फिर तो कुरान पाक जो थे ना वो उठा दिया गया। कुरान पाक भी मिर्जा ताहिर वाला कहना बाकी नहीं असी मनांगे, मिर्जा ताहिर वाला कुरान पाक उठाओ। अच्छा
वो तफसीर सगीर जो सी है वो हमने कहा इसका उठा देते हैं, कहता नहीं ये नहीं चुकना, वो तो गप्पा बहुत ने। वो कहता ये वाला नहीं चुकना। चलें, क्या कह सकते हैं इनका। कोई अपडेट, कोई डिबेट, कोई प्लान हुई, कोई क्या इन्होंने कोई अहमदियत के झंडे गाड़ दिए टिकटॉक के ऊपर? फिर सुनने में आ रहा था कि इन्होंने बड़ी जनाब तबाही यहाँ फेरी है, बड़ी जनता को ले दे गए हैं, मगर इधर तो भाई दूर दूर जहाँ तक देखो हमारे मुसलमानों ने इनके फटे उखेड़े हुए हैं। ये किसी का सामना करने के लिए तैयार नहीं है। जो आता है पहली शर्त ये लगाता है कि मिर्ज़ा साहब को कमरे से बाहर कर दें और मुरब्बी को कमरे के अंदर, और कुंडी लगाएं बाहर से, वो भी मिर्ज़ा साहब। ये बड़ा मसला है हमारे लिए। मैनेज नहीं हो पा रहा। अभी हम भी चाहते हैं कुंडी ये लगाएं और मिर्ज़ा साहब अंदर हों। नहीं, वो तो मुरब्बी साहब कहते हैं कि कुरान हमें रोकता है कि आमिर से बात नहीं करनी है। अब पता नहीं कौन से वाले आमिर का कहा है इन्होंने। नहीं, वो नज़ीर साहब का ही होगा। नहीं, मेरे से नहीं कुरान रोकता है इनको बात करने से, मेरे से इनकी अम्मियाँ रोकती हैं। तो आमिर नज़ीर भाई से बात करने से रोकता होगा कुरान, क्योंकि वो इन्होंने जो कुरान अपने घर के अंदर नाउज बिल्ला जो मिर्ज़ा गुलाम अहमद कादियानी पर दोबारा नाजिल हुआ है, वो कुरान ज़रूर रोकेगा, क्योंकि उसमें मिर्ज़ा गुलाम कादियानी ने लिखा है, उसमें उसने कहा है कि पीर महराज शाह साहब को कहता है कि मैं जी आप लोगों से मनकूली बहसें क्यों करूं जब मैं कहता हूं मेरे पर डायरेक्ट वही आती है। यानी आप हिसाब लगाएं, वो कहता है मैं मनकूली बहस क्यों करूं। इन्ना लिल्लाहि व इन्ना इलैहि राजिऊन। वो कहता है मनकूली बहस क्यों करूं क्योंकि मेरे पे वही आती है, वही वो लिखता है किताबों में। तुम कहते हो हमने आपके साथ करनी है मनकूली बहसें कुरान और सुन्ना के ऊपर। ये कौन सी मनकूलियात हैं आपके नज़र में? मिर्ज़ा साहब की नज़र में तो ये नहीं थी। ये मसला है भी हमारा अपना शहनशाह भाई इनके साथ। अल्लाह आपको जाए खैर दे, कुछ मामला आप ही हल करवाएं तो बस हम तो कोशिश करते रहते हैं। ये 3340 क्या है? ये भी एक आईडी आई है, आपने तो लगाया है। ये कुरान पाक की आयत 40 3340 ओके 3340 डॉट आ जावे थे जरा, क्योंकि मैं भी कहा कुरान दी आयत थे डॉट आना चाहिए विच एक। मा काना मोहम्मद नवाद मेरे चाले बेशक सल्लल्लाहु अलैहि वसल्लम। तो बहरहाल अच्छा, राब्ता हो गया अमराक भाई फिर अंसर रजा से आपका? वो फिर कब हो रहा है आपका मुनाजरा उनसे? $10,000 के एवज। $10,000 नहीं। अच्छा, वो जो चैलेंज था जैतून एफएम की वाला चैलेंज आप कह रहे हैं, वो मेरे ख्याल से $5,000 का है, 10 का नहीं है। नहीं, डिस्प्ले पे 5 था, फिर वो कहते हैं जुबानी हमने वो आप कह रहे थे ना कि डिस्प्ले अब चेंज नहीं हो सकता, तो वैसे 10 है। जी हाँ बिल्कुल। वैसे तो जैसे जी अहमद भाई बिल्कुल। वैसे तो मुर्तज़ा भाई उस दिन जब बैठे थे तो साहिबाने सरवत ने और साहिबाने हैसियत ने वहाँ पर फिर अड्डी वालियां जुतियां ते पुरानियां रोटियां ते आटा जड़ा है वो भी लिखवाया सी। तो लिस्ट बड़ी लंबी है कि मुरब्बियों के लिए हम जो है वो आटा भी देंगे, मिक्स करके मैदा मिक्स करेंगे उसके साथ, डायरेक्ट नहीं देंगे ताकि इन्होंने टटियां ना लग जान। तो ये फिर इस तरह का मामला हमने उसमें तय किया था। क्योंकि मुर्तज़ा भाई मसला ये है कि वो चैलेंज बड़ा तगड़ा है। अब याद और है खास अंसर रज़ा या ऑफिशियल मुरब्बी के लिए रखा है, एक शेख साहब ने रखा हुआ है कि भाई खास उनके लिए। बाकी देख लें क्या करते हैं। वो जाहिर है अब वो क्या उसे कहते हैं कि जी आसमान के उस किनारे पे बैठे हुए हैं कि वहां से वो समझते हैं कि जनाब हम जैसा कोई है ही नहीं जी। और यहाँ जो उनको लगता है कि जनाब कोई बंदा फांसने का कोई तरीका आ रहा है तो वहाँ मक्खी की तरह सारे आ जाते हैं। वैसे उस पे नहीं आते कि आपने जनाब खुद को सच्चा साबित करना है तो कोई आ जाओ। तो कोई बंदा इनको फंसने के लिए आएगा ना तो ब्राड पे ऊपर जनाब सारे आ जाएंगे, ऊपर से लेके नीचे तक। और फिर मॉडरेटर भी वहाँ बन जाएंगे इनमें से बड़े बड़े जो हैं।
لیکن ادھر بلائیں تو نہیں آتے. چلیں ہوسٹ ٹو ہوسٹ آ جائیں. دیکھیں مثلاً ہمیں یہ کہتے ہیں کہ بھئی ہماری براڈ پہ آ جاؤ, ہم کہتے ہیں ہماری براڈ پہ آ جاؤ, تو بھئی ہم غلط تم صحیح, یہ کیسے ہو سکتا ہے؟ اچھا پھر ایک مسئلہ یہ, دوسرا یہ ہے کہ ہم تو ساتھ ایک ایکسٹرا آپشن دیتے ہیں کہ چلو بھئی ہماری براڈ پہ نہیں آنا, ہوسٹ ٹو ہوسٹ آ جاؤ. ਤੁਹਾਡੀ ਇੱਥੇ ਮੌਤ ਵਾਕਿਆ ਹੋ ਜਾਂਦੀ ਹੈ ਮੁਰੱਬੀਆਂ ਦੀ. ਤੁਸੀਂ ਕਹਿੰਦੇ ਹੋ ਸਿਰਫ ہماری براڈ ورنہ کہیں بھی نہیں, چکر ہی کوئی نہیں. بھئی ہوسٹ ٹو ہوسٹ آؤ, تمہیں یہاں ڈر لگ رہا ہے, ہمیں وہاں شرم آ رہی ہے, تم ہوسٹ ٹو ہوسٹ کر لو, سمپل سی بات ہے. ہوسٹ ٹو ہوسٹ کرو, کہانی ختم کرو, سمپل. ان کے پاس گالیاں ہیں, گالیاں, ملامت, اور تم جناب بالکل برباد ہو جاؤ گے, تمہارا یہ ہو جائے گا, تیرا انجام بہت برا ہوگا. لو دیکھ لے اب. نہیں, مقصد ہے یہ بھی کریں, مگر سامنے آ کے کریں نا. ہوسٹ ٹو ہوسٹ آ کے کریں, یہی کر لیں. ان کے نصیب میں یہی رہا, بات اپنے اپنے نصیب کی ہے, ٹھیک ہے نا جی. کیسر ملک بھائی نے وہ حوالہ مجھے پڑھنے نہیں دیا, امرک بھائی معذرت ہے. یہ جو کیا لکھا ہوئی ہے, جو اسلام صاحب ہیں, وہ آپ نے خشوع خضوع والا حوالہ پڑھا ہوگا نا مرزا صاحب کا, کہ جناب جب نطفان دامن نہانی میں داخل ہوتا ہے. بالکل, حصہ پنجم کا, بالکل بالکل. حصہ پنجم ازمیمہ برائن احمدیہ حصہ پنجم. تو ایسی تو تحریریں ہیں کہ جناب یہ اپنے بچوں میں جب وہ لجنات میں بیٹھتے ہیں مرزا مسرور صاحب, تو ان کو یہ کیسے سمجھائیں کہ جناب آپ کو اگر عبادت میں خشوع حاصل کرنا ہے تو اس طریقے سے کریں. سر ہوا اس کے اوپر آپ کو وہ گالیاں دیتے ہیں. اس دن کیا ہوا, میرے خیال سے وہ کوئی بھائی ہیں ہمارے مسلم ہیں, ان کی براڈ تھی, مجھے نام بھول گیا, غالباً وہ جو نو ورڈ ہیں, اویس بھائی, یس اویس بھائی جو ہیں ہمارے پیارے, ان کی براڈ تھی. ان پر بات ہو رہی تھی, اور بات چلتے چلتے میں نے اتنا کہا, میں نے کہا یہ جو زنادقہ ہیں, جو گستاخیاں کرتے ہیں مربیان, یہ اندام نہانی کے کرم خاکی ہیں. یہ میں نے اتنا بولا بس. جی جی جی, اندام نہانی کے کرم خاکی ہیں. لو جی نیچے سنا تھا میں نے اس وقت, سنا ہوگا. ہاں, ان نیچے پاجی مردیوں نے رٹا ڈال دیا کہ عامر حق نے گالاں کڈیاں, عامر حق نے. وہ بیچارہ, وہ جو ہمارا بھائی ہے, اللہ اس کو جزائے خیر دے, وہ بڑا نیک نیتی کے ساتھ, اور ظاہری بات ہے وہ خدا خوف آدمی ہے جو نو ورڈ ہے, اس نے کہا عامر بھائی آپ اپنے الفاظ واپس لیں پلیز. میں نے کہا کیا ہو گیا بھائی؟ جی وہ نیچے لوگ کہہ رہے ہیں کہ آپ نے گالی دی ہے. میں نے کہا تھینک یو, بہت اچھی بات, آپ نے مجھے روکا, اور میں اپریشیٹ کرتا ہوں اس کو. مجھے بتا دیں کہ میں نے کون سی گالی دی. انہوں نے اوپر سے پوچھا, دہرا دیں وہ الفاظ. ہاں وہ دہرائیں. انہوں نے نیچے پوچھا, انہوں نے کمنٹ میں لکھا جی اس نے کہا ہے کرم خاکی. میں نے کہا جی پکی بات ہے, اس سے ہلیں گے تو نہیں؟ کہتے جی پکی بات. میں نے کہا تھینک یو, گلٹی ایز چارجڈ, مجھے قبول ہے جی, یہ میں گالی دی ہے جی, کیونکہ میں نے مرزا صاحب کی کتاب میں پڑھی تھی جی, انہوں نے رٹا پالا تھا. بھائی ٹھیک ہے, یہی تو ہم کہتے ہیں, یہ ہمارا مقدمہ ہے. اچھا دوسرا کیا جی, یہ دوسرا الفاظ جی انہوں نے بولا اندام نہانی. میں نے کہا تھینک یو, میں الفاظ واپس لے, تو گالی ہے, یہ بھی میں نے مرزا صاحب سے پڑھا تھا. اب آپ اندازہ کریں کہ جن الفاظ کو اپنے سیاق سے ہٹا کر پڑھنا, ان کے نزدیک سیاق سے ہٹا کر میں الفاظ بول رہا ہوں, ان کے نزدیک وہ گالی گلوچ ہے, تو جس سیاق کے اندر رکھ کر اس کو بیان کیا جا رہا ہے, یہی تو ہمارا مقدمہ ہے کہ وہ گالی گلوچ ہے. یہی میں آپ کی جو بات کرنے والا تھا, کہ اگر جو مقدمہ وہ سمجھانا, جو بات سمجھانا چاہ رہے ہیں مرزا صاحب اس تحریر میں, وہ ابھی یہ کامنٹ کیے ہیں اپنے کیسر ملک بھائی نے کہ یار مرزا بھائی مہربانی کریں وہ نہ پڑھیں, وہ بہت ہی گندا حوالہ ہے, بلکہ میں مرزا مسرور صاحب کو لکھتا ہوں کہ وہ حذف کر دیں سے. اور وہاں وہ جو بات سمجھا رہے ہیں, بات کر رہے ہیں عبادت کی, خشوع خضوع, بڑی پاکیزگی, اور ایک بڑا روحانی ماحول پیدا ہوتا ہے اس میں, وہ باتیں کرنی چاہیے. چہ جائے کہ آپ کہیں, اور میں وہ بتاتا ہوں, میں آپ تو مطلب ویسے بھی ہم سنے ہوئے پڑے ہیں, مطلب پکے ہو گئے ہیں, کہ جب وہ شروع میں حوالہ پڑھا نا عمر حق بھائی, تو نماز پڑھتے ہوئے یقین ہمیں مطلب ہم اتنے تو نہیں قابل, لیکن یہ ہے کہ یہ رات دن ہم مرزائیوں کے بارے میں سوچتے رہتے ہیں, ان سے جو باتیں ہوتی ہیں کہ کیا ہو رہا ہے, وہ نماز نہ پڑھی جائے تو بڑا دھیان لگا کہ جناب میرا مرزا صاحب کے یہ خضوع والے حوالے کی طرف, وہ جو جس کانٹیکس میں بات کر رہے ہیں اس کو اس مطابق پڑھنا بھی بڑا ہی مطلب ظلم والی بات ہے.
क्या बता रहे हैं कि जनाब नुतफा दाखिल हो रहा है और वो अंजाल पकड़ रहा है और ये कर रहा है, वो क्या जुल्म है ये। और ये मिर्जा साहब की अपनी जाती तहरीर है, ये सूरत मेहदी वगैरह का किस्सा भी नहीं है कि वो इस बात से मुकर जाएं। अच्छा, और तुम मर जाओगे, तुम ये हो जाओगे और तुम बर्बाद हो जाओगे, हमारा जिंदा